ਬਿੰਦ ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਗ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਦੋਹਰਾ ਵੱਡੀ ਪ੍ਰਾਤ ਉਠ ਕਰ ਗਇਓ ਨੰਦ ਚੰਦ ਨ੍ਰਿਪ ਪਾਸ ਸਮਝਾਇਓ ਬੋ ਬਿਦ ਕਹਿਓ ਕੀਜੈ ਬੈਰ ਬਿਨਾਸ਼। ਵੱਡੀ ਪ੍ਰਾਤ ਉਠ ਕਰ ਗਇਓ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ ਜੀ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਆਪਣੀ ਹਜ਼ੂਰੀ ਵਿੱਚ ਬੈਠਣ ਦਾ, ਸੰਗਤ ਕਰਨ ਦਾ ਸੁਭਾਗ ਭਰਿਆ ਸਮਾਂ ਸਤਿਗੁਰੂ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਪਵਿੱਤਰ ਕਥਾ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਪਾਉਂਟਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਬੈਠੇ ਹਨ ਜੀ। ਜਦੋਂ ਮਹਾਰਾਜ ਜੀ ਪਾਉਂਟਾ ਸਾਹਿਬ ਜੀ ਦੀ ਧਰਤੀ ਉੱਤੇ ਗਏ ਨੇ ਅਤੇ ਸਾਧ ਸੰਗਤ ਜੀ ਗੁਰੂ ਜੀ ਦੀ 17 ਸਾਲ ਦੀ ਉਮਰ ਸੀਗੀ ਜੀ। ਤੁਸੀਂ ਅੰਦਾਜ਼ਾ ਲਾਓ, ਉਮਰ ਬਹੁਤ ਜ਼ਿਆਦਾ ਛੋਟੀ ਹੈ ਅਤੇ ਸਤਿਗੁਰੂ ਜੀ ਦਾ ਤੇਜ ਪ੍ਰਤਾਪ ਬਹੁਤ ਜ਼ਿਆਦਾ ਵੱਡਾ ਜੀ। ਜਿਹੜਾ ਮਹਾਰਾਜ ਜੀ ਦਾ ਤੇਜ ਪ੍ਰਤਾਪ ਹੈ, ਤੇਜ ਪ੍ਰਤਾਪ ਸਤਿਗੁਰੂ ਜੀ ਦਾ ਬੜਾ ਵੱਡਾ ਜੀ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਉਂਟਾ ਸਾਹਿਬ ਵਿੱਚ ਸੱਜੇ ਹਨ। ਪਾਉਂਟਾ ਸਾਹਿਬ ਤੋਂ ਸਾਧ ਸੰਗਤ ਜੀ ਥੋੜ੍ਹੀ ਜਿਹੀ ਦੂਰ ਅੱਗੇ ਜਾ ਕੇ ਅਤੇ ਸ਼੍ਰੀਨਗਰ ਦੀ ਹੱਦ ਸ਼ੁਰੂ ਹੋ ਜਾਂਦੀ ਸੀਗੀ ਜੀ। ਸ਼੍ਰੀਨਗਰ ਦਾ ਰਾਜਾ ਹੈ ਜਿਹਦਾ ਨਾਮ ਹੈ ਰਾਜਾ ਫਤਿਹ ਸ਼ਾਹ। ਫਤਿਹ ਸ਼ਾਹ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਦਸਵੇਂ ਪਾਤਸ਼ਾਹ ਸਤਿਗੁਰੂ ਜੀ ਮਹਾਰਾਜ ਨਾਲ ਦੀ ਰਿਆਸਤ ਵਿੱਚ ਐਨ ਹੱਦ ਦੇ ਉੱਤੇ ਬੈਠੇ ਨੇ ਜੀ। ਰਾਜਾ ਫਤਿਹ ਸ਼ਾਹ ਨੇ ਮਹਾਰਾਜ ਜੀ ਦਾ ਜਸ ਵੀ ਬੜਾ ਸੁਣਿਆ ਜੀ। ਸੁਣਿਆ ਵੀ ਸਤਿਗੁਰੂ ਜੀ ਬੜੇ ਵੱਡੇ ਯੋਧੇ ਹਨ ਜੀ। ਰਾਜਾ ਫਤਿਹ ਸ਼ਾਹ ਇਸ ਗੱਲ ਦੀ ਵਿਚਾਰ ਕਰਦਾ ਆਪਣੇ ਮਨ ਵਿੱਚ ਵੀ ਜੇ ਗੁਰੂ ਸਾਹਿਬ ਯੋਧੇ ਨੇ ਬੜੇ ਵੱਡੇ ਅਤੇ ਮੈਂ ਮਹਾਰਾਜ ਦਾ ਮਿੱਤਰ ਬਣਾ ਜਾ ਕੇ, ਤਾਂ ਕਿ ਕੱਲ੍ਹ ਨੂੰ ਜੇ ਲੋੜ ਪਵੇ ਤੇ ਮੇਰੀ ਸਹਾਇਤਾ ਕਰਨ ਜੀ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹਰ ਬੰਦਾ ਇਹ ਚਾਹੁੰਦਾ ਹੈ ਵੀ ਔਖੇ ਸਮੇਂ ਮੇਰੀ ਕੋਈ ਮਦਦ ਕਰੇ ਜੀ। ਇਹਦੇ ਵਾਸਤੇ ਆਪਾਂ ਮਿੱਤਰ, ਭਰਾ, ਦੋਸਤ, ਰਿਸ਼ਤੇਦਾਰ ਜਿਹੜੇ ਆ ਉਹ ਆਪੋ ਆਪਣੇ ਬਣਾਉਂਦੇ ਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਦੱਸਿਆ, ਮਹਾਰਾਜ ਕਹਿਣ ਲੱਗੇ ਭਾਈ ਗੁਰਬਾਣੀ ਦੀ ਮੈਂ ਬੇਨਤੀ ਕਰਨ ਲੱਗਾ। ਹਰ ਬੰਦਾ ਚਾਹੁੰਦਾ ਵੀ ਲੋੜ ਪੈਣ 'ਤੇ ਮੇਰੇ ਕੋਈ ਕੰਮ ਆਵੇ ਜੀ। ਮਹਾਰਾਜ ਕਹਿਣ ਲੱਗੇ ਚੇਤਾ ਰੱਖਿਓ, ਜਪਿਆ ਹੋਇਆ ਨਾਮ ਭਾਵੇਂ ਤੁਸੀਂ
ਥੋੜ੍ਹਾ ਜਪਦੇ ਹੋ, ਤੁਸੀਂ ਬਹੁਤਾ ਜਪਦੇ ਹੋ, ਉਹ ਤੁਹਾਡੇ ਕੰਮ ਆਏਗਾ ਜੀ। ਮਹਾਰਾਜ ਜੀ ਦਾ ਇੱਕ ਸ਼ਬਦ ਹੈ ਗੁਰਬਾਣੀ ਵਿੱਚ, ਪੂਰਾ ਸ਼ਬਦ ਹੀ ਇਸ ਪਰਥਾਏ ਹੈ ਜੀ। ਐਸੋ ਸਹਾਈ ਹਰ ਕੋ ਨਾਮ, ਜਾਸ ਜਪਤ ਪੂਰਨ ਸਭ ਕਾਮ। ਆਸਾ ਮਹੱਲਾ ਪੰਜਵਾਂ। ਪਰਮੇਸ਼ਰ ਦਾ ਨਾਮ ਕਿਵੇਂ ਸਹਾਇਤਾ ਕਰਦਾ ਜੀ? ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਆ, ਰੱਬ ਦਾ ਨਾਮ ਐਵੇਂ ਬੰਦੇ ਦੀ ਮਦਦ ਕਰਦਾ ਜੈਸੇ ਰਣ ਮਹਿ ਸਖਾ ਭਰਾਤ। ਜੰਗ ਯੁੱਧ ਵਿੱਚ ਭਰਾ ਜਿਵੇਂ ਕੰਮ ਆਉਂਦੇ ਆ ਨਾ, ਪਰਮੇਸ਼ਰ ਦਾ ਨਾਮ ਐਵੇਂ ਕੰਮ ਆਉਂਦਾ ਹੈ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੱਸਦੇ, ਕਹਿੰਦੇ ਇੱਕ ਬੰਦਾ ਬੜਾ ਨਾਮ ਜਪਦਾ ਹੁੰਦਾ ਸੀਗਾ ਜੀ, ਅਭਿਆਸ ਕਰਦਾ ਸੀ ਵਾਹਿਗੁਰੂ 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 ਗੁਰਮੰਤਰ ਦਾ। ਕੋਈ ਕਰਮਾਂ ਦੀ ਤਹਿ ਇਹੋ ਜਿਹੀ ਖੁੱਲੀ, ਉਹ ਬੰਦਾ ਮਨਮੁਖ ਹੋ ਗਿਆ ਜੀ। ਨਾਮ ਬਹੁਤ ਜਪਦਾ ਸੀ, ਪਰ ਕੋਈ ਕਰਮ ਅੱਗੇ ਆ ਗਏ, ਉਹ ਮਨਮੁਖ ਬਣ ਗਿਆ ਜੀ। ਜਦੋਂ ਉਹ ਮਨਮੁਖ ਬਣਿਆ ਤੇ ਮਨਮੁਖਤਾਈ ਵਿੱਚ ਬੰਦਾ ਬੜੇ ਕਰਮ ਕਰ ਬੈਠਦਾ, ਪੁੱਠੇ ਸਿੱਧੇ ਜੀ। ਬੜੇ ਉਹਨੇ ਕਰਮ ਮਾੜੇ ਵੀ ਕੀਤੇ, ਕਰਜ਼ਾ ਵੀ ਬੜਾ ਚੜ੍ਹਿਆ। 2-4 ਬੰਦਿਆਂ ਨਾਲ ਉਹਦੀ ਲੜਾਈ ਹੋ ਗਈ ਜੀ। ਨਾਮ ਜਪਣਾ ਛੱਡ ਬੈਠਾ ਸੀ, ਕੋਈ ਸਮਾਂ ਇਹੋ ਜਿਹਾ ਆ ਗਿਆ, 2-4 ਬੰਦਿਆਂ ਨਾਲ ਲੜਾਈ ਹੋ ਗਈ ਜੀ। ਭਾਈ ਵੀਰ ਸਿੰਘ ਜੀ ਲਿਖਦੇ, ਕਹਿੰਦੇ ਉਹ ਬੰਦਾ ਇੰਨਾ ਪਰੇਸ਼ਾਨ ਹੋ ਗਿਆ ਕਿ ਉਹ ਦਰਿਆ ਵਿੱਚ ਛਾਲ ਮਾਰਨ ਲਈ ਚਲੇ ਗਿਆ ਜੀ। ਕਹਿੰਦੇ ਪੁਲ ਉੱਤੇ ਖਲੋਤਾ, ਛਾਲ ਮਾਰਨ ਲੱਗਾ, ਪੂਰੀ ਉਹਦੀ ਤਿਆਰੀ ਵੀ ਮੈਂ ਆਤਮ ਹੱਤਿਆ ਕਰ ਲੈਣੀ ਹੈ। ਤੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਕਹਿਣ ਲੱਗਾ, ਚੱਲ ਮੈਂ ਬੜੇ ਚਿਰ ਦਾ ਛੱਡਿਆ, ਅੱਜ ਰੱਬ ਦਾ ਨਾਮ ਹੀ ਜਪ ਲੈਣਾ। ਉਹਨੇ ਨਾ ਜਦੋਂ ਵਾਹਿਗੁਰੂ ਆਖਿਆ ਜੀ, ਪਤਾ ਨਹੀਂ ਉਹ ਅੰਦਰੋਂ ਕਿੱਥੋਂ ਡੂੰਘਾਈ ਵਿੱਚੋਂ ਵਾਹਿਗੁਰੂ ਕਿਹਾ ਗਿਆ, ਤੁਰੰਤ ਹੀ ਮਾੜਾ ਕਦਮ ਕੱਟਿਆ ਗਿਆ ਜੀ। ਤੁਰੰਤ ਹੀ ਇੱਕਦਮ ਉਹਦੇ ਖਿਆਲ ਹੀ ਬਦਲ ਗਏ ਸਾਧ ਸੰਗਤ ਜੀ, ਇੱਕਦਮ ਜੀ। ਉਹ ਕਹਿਣ ਲੱਗਾ ਵੀ ਮੈਂ ਕਿਉਂ ਛਾਲ ਮਾਰਾਂ, ਮਾਰਨ ਮੇਰੇ ਦੁਸ਼ਮਣ, ਮੈਂ ਕਿਉਂ ਮਰਾਂ। ਉਹ ਘਰ ਆਇਆ, ਸਾਰੀ ਦਿਹਾੜੀ ਕਹਿਣ ਲੱਗੇ ਉਹਨੇ ਕਮਰਾ ਬੰਦ ਕਰਕੇ, ਜਿੱਥੇ ਮਰਨਾ ਸੀ ਨਾ ਜੀ, ਉੱਥੇ ਕਮਰਾ ਬੰਦ ਕਰਕੇ ਉਹਨੇ ਫਿਰ ਗੁਰਮੰਤਰ ਦਾ ਅਭਿਆਸ ਕੀਤਾ ਜੀ। ਨਾਮ ਪਹਿਲਾਂ ਜਪਿਆ ਸੀਗਾ, ਭਾਈ ਸਾਹਿਬ ਲਿਖਦੇ, ਕਹਿੰਦੇ ਨਾਮ ਪਹਿਲਾਂ ਜਪਿਆ, ਕਿਸੇ ਸਮੇਂ ਉਹ ਨਾਮ ਜਪਦਾ ਰਿਹਾ, ਫਿਰ ਨਾਮ ਜਪਣਾ ਛੱਡਤਾ ਜੀ, ਭਜਨ ਕਰਨਾ ਛੱਡਤਾ। ਪਰ ਕੀਤਾ ਹੋਇਆ ਭਜਨ ਉਹਦੀ ਰਾਖੀ ਕਰ ਗਿਆ ਸਾਧ ਸੰਗਤ ਜੀ। ਜਪਿਆ ਹੋਇਆ ਨਾਮ ਭਾਵੇਂ ਕਿਸੇ ਸਮੇਂ ਵੀ ਜਪਿਆ ਸੀ, ਉਹਦੀ ਰਾਖੀ ਕਰ ਗਿਆ। ਉਹ ਬੰਦਾ ਸਾਧ ਸੰਗਤ ਜੀ ਜਿਹਨੇ ਆਤਮ ਹੱਤਿਆ ਕਰਨੀ ਸੀ, ਆਤਮ ਹੱਤਿਆ ਜਗਤ ਕਸਾਈ। ਗੁਰਬਾਣੀ ਵਿੱਚ ਆਤਮ ਹੱਤਿਆ ਨੂੰ ਬਹੁਤ ਮਾੜਾ ਲਿਖਿਆ ਜੀ। ਜਿਹਨੇ ਆਤਮ ਹੱਤਿਆ ਕਰਨੀ ਸੀ, ਸੁਸਾਈਡ ਕਰਨਾ ਸੀਗਾ, ਉਹਦਾ ਭਲਾ ਹੋ ਗਿਆ, ਉਹਦਾ ਬਚਾਅ ਹੋ ਗਿਆ। ਕਿਉਂ? ਮਰਨ ਲੱਗਿਆਂ ਸੋਚਿਆ ਬੜੇ ਚਿਰ ਦਾ ਨਾਮ ਛੱਡਿਆ, ਚੱਲ ਹੁਣ ਜਪ ਲੈਣਾ। ਉਹ ਜਪਿਆ ਹੋਇਆ ਨਾਮ ਅੱਗੇ ਆ ਗਿਆ। ਇਸ ਕਰਕੇ ਰੱਬ ਦਾ ਨਾਮ ਬਹੁਤ ਸਹਾਇਤਾ ਕਰਦਾ ਹੈ। ਇੱਕ ਸਹਾਈ ਹੁੰਦਾ ਪਰਮੇਸ਼ਰ ਦਾ ਨਾਮ, ਤੇ ਦੂਜਾ ਸਹਾਈ ਹੁੰਦਾ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਹਾਈ ਹੁੰਦੇ ਨੇ ਸਾਡੇ ਜੀ। ਪਰਮੇਸ਼ਰ ਦਾ ਨਾਮ ਤੇ ਗੁਰੂ ਸਾਹਿਬ ਕਿੱਥੇ ਕਿੱਥੇ ਬੰਦੇ ਦੀ ਰਾਖੀ ਕਰੀ ਜਾਂਦੇ ਆ, ਬੰਦੇ ਨੂੰ ਆਪ ਵੀ ਨਹੀਂ ਪਤਾ ਹੁੰਦਾ ਸਾਧ ਸੰਗਤ ਜੀ, ਵੀ ਮਹਾਰਾਜ ਮੇਰੀ ਕਿੱਥੇ ਕਿੱਥੇ ਰਾਖੀ ਕਰ ਰਹੇ ਨੇ। ਜਪਿਆ ਹੋਇਆ ਨਾਮ ਕਿੱਥੇ ਕਿੱਥੇ ਮੈਨੂੰ ਬਚਾ ਰਿਹਾ, ਮੇਰੀ ਰਾਖੀ ਕਰ ਰਿਹਾ। ਕਈ ਵਾਰੀ ਬੰਦੇ ਨੂੰ ਆਪ ਵੀ ਨਹੀਂ ਸਾਧ ਸੰਗਤ ਜੀ ਪਤਾ ਲੱਗਦਾ ਜੀ। ਉਹਨੇ ਸੋਚਿਆ ਵੀ ਮੈਂ ਮਹਾਰਾਜ ਨੂੰ ਯਾਰ ਮਿੱਤਰ ਬਣਾ ਲਵਾਂ, ਜੇ ਕਿਤੇ ਔਖਾ ਟਾਈਮ ਆਵੇ ਤੇ ਮੇਰੀ ਮਦਦ ਤੇ ਕਰਨਗੇ ਮਹਾਰਾਜ। ਭਾਵੇਂ ਉਹ ਇਸ ਇੱਛਾ ਨਾਲ ਹੀ ਆਇਆ ਜੀ। ਫਤਿਹ ਸ਼ਾਹ ਆਪਣੀਆਂ ਫੌਜਾਂ ਨੂੰ ਲੈ ਕੇ ਪਾਉਂਟਾ ਸਾਹਿਬ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਜੀ। ਮਹਾਰਾਜ ਸੱਚੇ ਪਾਤਸ਼ਾਹ ਉਹਦੇ
ਮੁਖ ਵੱਲ ਵੇਖਦੇ ਆ। ਸਤਿਗੁਰੂ ਜੀ ਨੇ ਉਹਦੇ ਵੱਲ ਵੇਖ ਕੇ ਤੇ ਫੁਰਨਾ ਬਣਾਇਆ ਵੀ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਇਹ ਆਪਸ ਵਿੱਚ ਵੈਰ ਵਿਰੋਧ ਰੱਖਦੇ ਆ, ਗੱਲਬਾਤ ਨਹੀਂ ਕਰਦੇ, ਇਹਨਾਂ ਦਾ ਵੈਰ ਵਿਰੋਧ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫੁਰਨਾ ਬਣਾਇਆ ਵੀ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਦੀ ਸਲਾਹ ਕਰਾ ਦਿੰਨੇ ਆ। ਰਾਜਾ ਫਤਿਹ ਸ਼ਾਹ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਜਿਵੇਂ ਕਿਵੇਂ ਨਹੀਂ ਹੈਗਾ, ਮੈਂ ਤੁਹਾਡੀ ਸ਼ਰਨ ਵਿੱਚ ਹੈਗਾ ਹਾਂ, ਮੈਨੂੰ ਮਹਾਰਾਜ ਆਪਣਾ ਸਮਝੋ, ਆਪਣਾ ਜਾਣਿਓ। ਗੁਰੂ ਸਾਹਿਬ ਮਹਾਰਾਜ ਸਤਿਗੁਰੂ ਜੀ ਰਾਜੇ ਫਤਿਹ ਸ਼ਾਹ ਨੂੰ ਕਹਿੰਦੇ ਵੀ ਤੁਸੀਂ ਰਹੋ, ਲੰਗਰ ਛਕੋ, ਤੰਬੂ ਕਨਾਤਾਂ ਲਵਾ ਦਿੱਤੇ ਜੀ। ਇੱਧਰੋਂ ਰਾਜਾ ਫਤਿਹ ਸ਼ਾਹ ਆਪਣੇ ਤੰਬੂ 'ਚ ਚਲੇ ਗਿਆ। ਹੁਣ ਇਹਦੇ ਤੋਂ ਅੱਗੇ ਸਾਧ ਸੰਗਤ ਜੀ ਜੋ ਪ੍ਰਸੰਗ ਹੈ ਉਹ ਆਪਾਂ ਅੱਗੇ ਹੁਣ ਕਥਾ ਸੁਣਨੀ ਹੈ। ਰਾਜਾ ਫਤਿਹ ਸ਼ਾਹ ਪ੍ਰਸ਼ਾਦਾ ਪਾਣੀ ਛਕ ਕੇ ਸੌਂ ਗਿਆ। ਅਗਲਾ ਦਿਨ ਚੜ੍ਹਿਆ। ਗੁਰੂ ਸਾਹਿਬ ਨੇ ਆਪਣੇ ਖਾਸ ਸਿੱਖ ਭਾਈ ਨੰਦ ਚੰਦ ਜੀ ਨੂੰ ਭੇਜਿਆ ਜੀ। ਉਹਨਾਂ ਨੂੰ ਕਿਹਾ ਵੀ ਜਾਓ ਤੇ ਮੇਦਨੀ ਪ੍ਰਕਾਸ਼ ਨੂੰ ਸੱਦ ਕੇ ਲੈ ਕੇ ਆਓ। ਹੁਣ ਅੱਗੋਂ ਆਪਾਂ ਕਥਾ ਸਰਵਣ ਕਰਨੀ ਹੈ। ਧਰੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਧਿਆਨ। ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ। ਹਾਂਜੀ। ਦੋਹਰਾ ਵੱਡੀ ਪ੍ਰਾਤ ਉੱਠ ਕਰ ਗਇਓ, ਨੰਦ ਚੰਦ ਨ੍ਰਿਪ ਪਾਸ। ਅੰਮ੍ਰਿਤ ਵੇਲੇ ਹੀ ਨੰਦ ਚੰਦ ਪੌਂਟਾ ਸਾਹਿਬ ਤੋਂ ਨਾਣ ਵੱਲ ਨੂੰ ਤੁਰ ਪਿਆ ਜੀ, ਨਾਲ ਕੁਝ ਸਿੱਖ ਲੈ ਕੇ ਵੀ ਰਾਜੇ ਮੇਦਨੀ ਪ੍ਰਕਾਸ਼ ਨੂੰ ਲੈ ਕੇ ਆਉਣਾ। ਹਾਂਜੀ। ਸਮਝ ਆਇਓ ਬਹੁ ਬਿਦ ਕਹਿਓ, ਕੀਜੈ ਬੈਰ ਬਿਨਾਸ਼। ਤੇ ਮੇਦਨੀ ਪ੍ਰਕਾਸ਼ ਨੇ ਜਾ ਕੇ, ਵਾਹਿਗੁਰੂ ਨੰਦ ਚੰਦ ਜੀ ਨੇ ਜਾ ਕੇ ਮੇਦਨੀ ਪ੍ਰਕਾਸ਼ ਨੂੰ ਸਮਝਾਇਆ ਵੀ ਰਾਜੇ ਗੁਰੂ ਸਾਹਿਬ ਨੇ ਤੇਰੇ ਤੇ ਕਿਰਪਾ ਕੀਤੀ ਹੈ। ਫਤਿਹ ਸ਼ਾਹ ਰਾਜਾ ਸਤਿਗੁਰੂ ਜੀ ਦੇ ਕੋਲ ਆਇਆ, ਮਹਾਰਾਜ ਨੇ ਆਪਣੇ ਲਾਗੇ ਬਿਠਾਇਆ। ਹੁਣ ਤੁਸੀਂ ਵੀ ਮਹਾਰਾਜ ਦੇ ਕੋਲ ਚੱਲੋ ਤੇ ਮਹਾਰਾਜ ਨੇ ਤੁਹਾਡਾ ਵੈਰ ਮਿਟਾ ਦੇਣਾ, ਤੁਹਾਡੇ 'ਚ ਸਲਾਹ ਕਰਾ ਦੇਣੀ ਹੈ। ਹਾਂਜੀ। ਚੌਪਈ ਫਤਿਹ ਸ਼ਾਹ ਨ੍ਰਿਪ ਨਿਕਟ ਰਹਾਇਓ, ਤੁਝ ਲੈ ਬੇਹਿਤ ਮੋਹਿ ਪਠਾਇਓ। ਇਸ ਕਰਕੇ ਫਤਿਹ ਸ਼ਾਹ ਤੇ ਉੱਥੇ ਬੈਠਾ ਉਡੀਕ ਰਿਹਾ ਤੇ ਰਾਜਾ ਜੀ ਮਹਾਰਾਜ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਵੀ ਜਾ ਕੇ ਲੈ ਕੇ ਆਓ। ਸਭ ਗਿਣਤੀ ਤਜ ਹੂ ਜਹ ਸਾਥ। ਹੁਣ ਇੱਕਦਮ ਬੰਦਾ ਤਿਆਰ ਨਹੀਂ ਜੇ ਹੁੰਦਾ ਜੀ। ਜਿਹੜਾ ਦੁਸ਼ਮਣ ਹੋਵੇ ਨਾ ਜੀ, ਦੁਸ਼ਮਣ, ਉਹਦੇ ਨਾਲ ਮਿੱਤਰਤਾ ਕਰਨ ਵਾਸਤੇ ਬੰਦਾ ਇੱਕਦਮ ਤਿਆਰ ਨਹੀਂ ਹੁੰਦਾ ਜੀ ਛੇਤੀ ਕਿਤੇ। ਹੁਣ ਹੈ ਵੀ ਤਾਂ ਦੋਵੇਂ ਰਾਜੇ ਆ ਨਾ, ਤੇ ਰਾਜਿਆਂ ਵਿੱਚ ਆਕੜ ਤੇ ਹੁੰਦੀ ਹੈ। ਗੱਜ ਕੇ ਆਖੋ। ਵਿਰਲੇ ਰਾਜੇ ਹੁੰਦੇ ਜਿਹੜੇ ਨਿਮਰਤਾ ਵਾਲੇ ਹੁੰਦੇ। ਮੇਦਨੀ ਪ੍ਰਕਾਸ਼ ਨੂੰ ਸਮਝਾਇਆ ਜੀ ਗੁਰੂ ਕੇ ਸਿੱਖ ਨੇ ਵੀ ਗਿਣਤੀਆਂ ਮਿਣਤੀਆਂ ਛੱਡੋ, ਫੁਰਨੇ ਛੱਡ ਦਿਓ ਤੇ ਹੁਣੇ ਹੀ ਤਿਆਰ ਹੋਵੋ, ਮੇਰੇ ਨਾਲ ਚੱਲੋ। ਹਾਂਜੀ। ਕਰੇ ਪ੍ਰਤੀਖਣ ਤੋ ਕਹੋ ਨਾਥ। ਮੇਦਨੀ ਪ੍ਰਕਾਸ਼ ਰਾਜਾ ਜੀ ਤੁਹਾਨੂੰ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਯਾਦ ਕਰ ਰਹੇ ਨੇ, ਉਡੀਕ ਰਹੇ ਨੇ ਮਹਾਰਾਜ ਆਪ। ਗੁਰ ਦਿਸ਼ ਤੇ ਇਮ ਬਹੁ ਸਮਝਾਇਓ। ਗੁਰੂ ਸਾਹਿਬ ਪਾਸਿਓਂ ਇਸ ਤਰ੍ਹਾਂ ਸਿੱਖ ਨੇ ਮੇਦਨੀ ਪ੍ਰਕਾਸ਼ ਰਾਜੇ ਨੂੰ ਬਹੁਤ ਸਮਝਾਇਆ ਜੀ। ਜਿਉਂ ਕਿਉਂ ਕਾ ਨ੍ਰਿਪ ਸੰਗ ਚੜਾਇਓ। ਤੇ ਜਿਵੇਂ ਕਿਵੇਂ ਨਹੀਂ ਮਨਾ ਕੇ, ਇਹਦਾ ਮਤਲਬ ਇਹੋ ਹੀ ਹੈ ਵੀ ਮੇਦਨੀ ਪ੍ਰਕਾਸ਼ ਮੰਨਦਾ ਨਹੀਂ ਹੋਏਗਾ। ਆਖੋ ਵਾਹਿਗੁਰੂ। ਵੀ ਮੈਂ ਕਿਉਂ ਉਹਦੇ ਨਾਲ ਸਲਾਹ ਕਰਾਂ। ਪਰ ਸਿੱਖ ਨੇ ਜਿਵੇਂ ਕਿਵੇਂ ਵੀ ਹੈ ਨਾ ਤਿਆਰ ਕਰ ਲਿਆ ਜੀ ਮੇਦਨੀ ਪ੍ਰਕਾਸ਼ ਨੂੰ, ਤੇ ਨਾਲ ਲੈ ਕੇ ਤੁਰ ਪਿਆ। ਚੜ ਨਾਹਣ ਤੇ ਮਾਰਗ ਚਾਲਾ। ਨਾਹਣ ਤੋਂ ਚੱਲੇ ਜੀ ਗੁਰੂ ਕੇ ਸਿੱਖ ਤੇ ਮੇਦਨੀ ਪ੍ਰਕਾਸ਼ ਸਾਥ ਅਨੀਕਹਿ ਲੀਨ ਵਿਸ਼ਾਲਾ। ਤੇ ਨਾਲ ਹੋਰ ਵੀ ਉਹਨੇ ਫੌਜਾਂ ਲਈਆਂ ਜੀ, ਕਿਉਂ ਪਤਾ ਹੀ ਮੇਰਾ ਦੁਸ਼ਮਣ ਉੱਥੇ ਆ ਕੇ ਬੈਠਾ ਤੇ ਕੋਈ ਪਤਾ ਨਹੀਂ ਲਾਗੇ ਜਾ ਕੇ ਹਮਲਾ ਹੋ ਜੇ। ਮੇਦਨੀ ਪ੍ਰਕਾਸ਼ ਨੇ ਬਹੁਤ ਸਾਰੀਆਂ ਫੌਜਾਂ ਵੀ ਨਾਲ ਲਈਆਂ ਜੀ।
ਹਾਂਜੀ। ਸਗਰੋ ਪੰਥ ਉਲੰਘਤ ਆਇਓ। ਤੇ ਸਹਿਜੇ ਸਹਿਜੇ ਸਾਰਾ ਰਸਤਾ ਪਾਰ ਕਰ ਲਿਆ ਜੀ, ਨਾਨ ਤੋਂ ਪਾਉਂਟਾ ਸਾਹਿਬ ਤੱਕ ਜਾ ਜੀ। ਨਗਰ ਪਾਮਟੇ ਡੇਰਾ ਪਾਇਓ। ਤੇ ਪਾਉਂਟਾ ਸਾਹਿਬ ਉਸ ਇਲਾਕੇ ਵਿੱਚ ਸਾਧ ਸੰਗਤ ਜੀ ਪਹੁੰਚ ਗਿਆ। ਇੱਕ ਦਿਸ਼ ਫਤਿਹ ਸ਼ਾਹ ਦਲ ਪਰਿਓ। ਆਖੋ ਵਾਹਿਗੁਰੂ। ਤੇ ਜਦੋਂ ਮੇਦਨੀ ਪ੍ਰਕਾਸ਼ ਪਹੁੰਚਿਆ ਤਾਂ ਉਹਨੇ ਵੇਖਿਆ ਵੀ ਫਤਿਹ ਸ਼ਾਹ ਦੀਆਂ ਫੌਜਾਂ ਬੈਠੀਆਂ ਸੀਗੀਆਂ ਜੀ। ਫੌਜਾਂ ਵੀ ਥੋੜੀਆਂ ਨਹੀਂ ਜੀ, ਹਜ਼ਾਰਾਂ ਦੀ ਗਿਣਤੀ 'ਚ ਫੌਜਾਂ ਬੈਠੀਆਂ ਨੇ। ਤੇ ਇਹ ਵੀ ਫੌਜ ਲੈ ਕੇ ਆਇਆ ਜੀ। ਇਹਨੇ ਉਹਦਾ ਸਾਰੀਆਂ ਫੌਜਾਂ ਵੇਖੀਆਂ ਜੀ। ਹਾਂਜੀ। ਦਿਸ਼ ਦੂਸਰ ਮੈਂ ਆਨ ਉਤਰਿਓ। ਇਹਨੇ ਫਿਰ ਇੱਕ ਬੰਨੇ ਆਪਣੀਆਂ ਫੌਜਾਂ ਉਤਾਰ ਲੀਆਂ ਜੀ। ਇੱਧਰ ਫਤਿਹ ਸ਼ਾਹ ਦੀਆਂ ਫੌਜਾਂ ਹੋ ਗਈਆਂ, ਇੱਧਰ ਮੇਦਨੀ ਪ੍ਰਕਾਸ਼ ਦੀਆਂ। ਕਿਸੇ ਵੇਲੇ ਵੀ ਯੁੱਧ ਹੋ ਸਕਦਾ ਸੀਗਾ ਜੀ। ਹਾਂਜੀ। ਤਬ ਪ੍ਰਭ ਕੋ ਮਿਲ ਬੇਜ ਹਿਤ ਚਾਹਿਓ। ਫਿਰ ਗੁਰੂ ਸਾਹਿਬ ਨੂੰ ਮਿਲਣ ਦਾ ਇਹਨੇ ਫੁਰਨਾ ਬਣਾਇਆ ਮੇਦਨੀ ਪ੍ਰਕਾਸ਼ ਨੇ। ਪ੍ਰਥਮ ਬੂਝ ਅਵ ਤਿਬਾ ਪਾਹਿਓ। ਤੇ ਪਹਿਲਾਂ ਪੁੱਛਿਆ ਵੀ ਸਤਿਗੁਰੂ ਜੀ ਮਹਾਰਾਜ ਇਸ ਸਮੇਂ ਕਿੱਥੇ ਹਾਜ਼ਰ ਹਨ। ਪਗ ਪੰਕਜ ਕੋ ਕੀਨ ਪ੍ਰਣਾਮ। ਆਖੋ ਵਾਹਿਗੁਰੂ। ਤੇ ਗਰੀਬ ਨਵਾਜ ਮਹਾਰਾਜ ਆਪਣੇ ਆਸਣ ਤੇ ਬੈਠੇ ਸੀਗੇ ਜੀ। ਰਾਜਾ ਅੰਦਰ ਆਇਆ, ਉਹਨੇ ਮਹਾਰਾਜ ਨੂੰ ਨਮਸਕਾਰ ਕੀਤੀ ਜੀ। ਹੁਣ ਫਿਰ ਸੁਣਿਓ, ਮੇਦਨੀ ਪ੍ਰਕਾਸ਼ ਦੀ ਉਮਰ ਵੱਡੀ ਹੈ ਤੇ ਸਤਿਗੁਰੂ ਜੀ ਦੀ ਉਮਰ ਜਿਹੜੀ ਹੈ ਉਹ 17-18 ਸਾਲਾਂ ਦੀ ਹੈ ਜੀ। ਹਾਂਜੀ। ਹਰਿ ਕਿਉ ਦਰਸ ਪਾਏ ਅਭਿਰਾਮ। ਮਹਾਰਾਜ ਦੇ ਸੋਹਣੇ ਦਰਸ਼ਨ ਕੀਤੇ। ਮੇਦਨੀ ਪ੍ਰਕਾਸ਼ ਬੜਾ ਖੁਸ਼ ਹੋਇਆ ਜੀ। ਸ਼੍ਰੀ ਕਲਗੀਧਰ ਨ੍ਰਿਪ ਸਨਮਾਨਾ। ਮਹਾਰਾਜ ਨੇ ਵੀ ਰਾਜੇ ਦਾ ਸਨਮਾਨ ਕੀਤਾ ਜੀ। ਹਾਂਜੀ। ਮਿਟਨ ਵਿਰੋਧ ਪ੍ਰਸੰਗ ਬਖਾਨਾ। ਆਖੋ ਵਾਹਿਗੁਰੂ। ਤੇ ਸੱਚੇ ਪਾਤਸ਼ਾਹ ਜੀ ਨੇ ਨਾ ਫਿਰ ਵਿਰੋਧ ਮਿਟਾਉਣ ਦੀ ਗੱਲ ਸ਼ੁਰੂ ਕੀਤੀ ਜੀ। ਵਿਰੋਧ ਮਿਟਾਉਣ ਦੀ ਜੀ। ਹਾਂਜੀ। ਸੁਨਤ ਭਾਉ ਕੇ ਬਾਕ ਬਖਾਨੇ। ਹਾਂਜੀ। ਕਹਿਓ ਆਪ ਕੋ ਹਮ ਸਭ ਮਾਨੇ। ਹੁਣ ਮਹਾਰਾਜ ਦਾ ਪ੍ਰਭਾਵ ਇੰਨਾ ਸੀਗਾ, ਗੁਰੂ ਸਾਹਿਬ ਨੇ ਕਿਹਾ ਮੇਦਨੀ ਪ੍ਰਕਾਸ਼ ਫਤਿਹ ਸ਼ਾਹ ਸਾਡੇ ਦਰਸ਼ਨ ਕਰਨ ਵਾਸਤੇ ਆਇਆ ਤੇ ਅਸੀਂ ਚਾਹੁੰਦੇ ਹਾਂ ਵੀ ਤੁਹਾਨੂੰ ਦੋਵਾਂ ਰਾਜਿਆਂ ਦਾ ਜਿਹੜਾ ਵੈਰ ਹੈ ਇਹ ਮਿਟ ਜਾਵੇ ਤੇ ਤੁਸੀਂ ਮਿੱਤਰ ਬਣ ਜਾਓ। ਤੇ ਗੁਰਮੁਖੋ, ਗੁਰੂ ਸਾਹਿਬ ਦਾ ਇੰਨਾ ਪ੍ਰਭਾਵ ਹੈ, ਸਿੱਖ ਨੂੰ ਨਾ ਨੁੱਕਰ ਕੀਤੀ ਸੀ ਮੇਦਨੀ ਪ੍ਰਕਾਸ਼ ਨੇ, ਪਰ ਗੁਰੂ ਸਾਹਿਬ ਅੱਗੇ ਨਹੀਂ ਕੁਝ ਬੋਲ ਸਕਿਆ ਜੀ। ਕੋਈ ਸੰਤ ਰੱਬ ਦਾ ਪਿਆਰਾ ਹੋਵੇ ਉਹਦੇ ਅੱਗੇ ਨਹੀਂ ਕੋਈ ਬੋਲ ਸਕਦਾ। ਇਹ ਤੇ ਗੁਰੂ ਸਾਹਿਬ ਨੇ, ਮਹਾਰਾਜ ਨੇ। ਕਹਿੰਦਾ ਮਹਾਰਾਜ ਠੀਕ ਹੈ ਸੱਚੇ ਪਾਤਸ਼ਾਹ। ਹਾਂਜੀ। ਜਿਸ ਪ੍ਰਕਾਰ ਹਿਤ ਹੋਏ ਹਮਾਰਾ। ਹਾਂਜੀ। ਕਿਰਪਾ ਧਾਰ ਸੋ ਕਰਹੁ ਉਚਾਰਾ। ਮਹਾਰਾਜ ਆਪ ਜੀ ਨੇ ਉਹੋ ਹੀ ਬਚਨ ਕਹਿਣਾ ਜਿਹਦੇ ਨਾਲ ਸਾਡਾ ਭਲਾ ਹੋਵੇ। ਹਾਂਜੀ। ਸਤਿਗੁਰ ਕਹਿਓ ਪ੍ਰਾਤ ਜਬ ਹੋਏ। ਕਰੇ ਹਕਾਰਨ ਆਵੋ ਦੋਏ। ਮਹਾਰਾਜ ਕਹਿਣ ਲੱਗੇ ਫਿਰ ਠੀਕ ਹੈ, ਕੱਲ ਦਿਨ ਚੜ੍ਹੇਗਾ ਨਾ ਤੇ ਅਸੀਂ ਦੋਵਾਂ ਨੂੰ ਆਪਣੇ ਕੋਲ ਸੱਦਾਂਗੇ। ਕਹਿਣ ਲੱਗੇ ਦੋਵਾਂ ਰਾਜਿਆਂ ਨੂੰ ਆਪਣੇ ਪਾਸ ਸੱਦਾਂਗੇ, ਸਮੇਂ ਨਾ ਪਹੁੰਚ ਜਾਈ। ਮਹਾਰਾਜ ਕਹਿਣ ਲੱਗੇ ਮਿਲੋ ਪ੍ਰੇਮ ਤੇ ਤਜੋ ਬੇਕਾਰ। ਬਾਕੀ ਵਿਗਾੜ ਛੱਡ ਦੇਣਾ, ਪ੍ਰੇਮ ਨਾਲ ਮਿਲ ਪੈਣਾ। ਸਾਧ ਸੰਗਤ ਜੀ ਇਹ ਬੜੀ ਵੱਡੀ ਗੱਲ ਹੈਗੀ ਹੈ। ਜਿਸ ਬੰਦੇ ਨਾਲ ਨਹੀਂ ਬਣਦੀ ਜੀ ਉਹਨੂੰ ਬੁਲਾਉਣਾ ਇਹ ਬੜਾ ਔਖਾ ਕੰਮ ਹੈਗਾ ਜੀ। ਇੱਕ ਸਿੰਘ ਬੜਾ ਬਾਣੀ ਪੜ੍ਹਦਾ ਸੀ, ਭਜਨ ਕਰਦਾ, ਇੱਕਦਮ ਉਹਦਾ ਰਸ ਖਰਾਬ ਹੋ ਗਿਆ ਜੀ। ਜਦੋਂ ਕੋਈ ਨਾਮ ਜਪਣ ਵਾਲਾ ਹੋਵੇ ਨਾ ਜੀ ਤੇ ਉਹਦਾ ਰਸ ਟੁੱਟ ਜਾਵੇ, ਉਹਨੂੰ ਬੜਾ ਹੀ ਮਹਿਸੂਸ ਹੁੰਦਾ ਜੀ। ਉਹ ਕੁਝ ਗੁਰਮੁਖ ਪਿਆਰਿਆਂ ਦੇ ਕੋਲ ਗਿਆ, ਉਹਨਾਂ ਨੂੰ ਕਹਿਣ ਲੱਗਾ ਵੀ ਮੇਰਾ ਤੇ ਰਸ ਹੀ ਟੁੱਟ ਗਿਆ ਜੀ, ਗੱਲ ਨਹੀਂ ਬਣ ਰਹੀ। ਉਹ ਕਹਿਣ ਲੱਗੇ ਜਿੰਨੇ ਬੰਦਿਆਂ ਨਾਲ ਤੇਰੀ ਬਣਦੀ ਨਹੀਂ ਨਾ, ਤੂੰ ਗੁਰੂ ਘਰ ਜਾਣਾ, ਜਿੰਨਿਆਂ ਨਾਲ ਤੇਰਾ ਵੈਰ ਵਿਰੋਧ ਹੈ, ਤੇਰੀ ਬਣਦੀ ਨਹੀਂ ਹੈ, ਉਹਨਾਂ ਨੂੰ ਆਪ ਫਤਿਹ ਬੁਲਾਉਣੀ। ਉਹ ਕਹਿੰਦਾ ਇਹ ਤੇ ਬੜਾ ਹੀ ਔਖਾ ਕੰਮ ਹੈ, ਇਹ ਤੇ ਬੜਾ ਹੀ ਔਖਾ ਕੰਮ ਹੈ। ਅੰਦਰ ਹਉਮੈ ਖਲੋਤੀ ਹੈ,
ਉਹ ਟਿਕਣ ਥੋੜੀ ਦਿੰਦੀ ਜੀ। ਪਰ ਉਹਨਾਂ ਗੁਰਮੁਖਾਂ ਨੇ ਸਮਝਾਇਆ ਸੀ। ਸਾਧ ਸੰਗਤ ਜੀ, ਜਿੰਨਿਆਂ ਨਾਲ ਨਹੀਂ ਸੀ ਉਹ ਵੀ ਪੱਧਰੇ ਨਹੀਂ ਸੀ ਹੈਗੇ, ਜਿਨ੍ਹਾਂ ਨਾਲ ਬਣਦੀ ਨਹੀਂ ਸੀ। ਪਰ ਉਹ ਗੁਰੂ ਘਰ ਆਇਆ ਤੇ ਸਾਰਿਆਂ ਨੂੰ ਕਹਿੰਦਾ, ਕਦੀ ਇੱਕ ਨੂੰ ਆਪ ਖਿਲਾਰ ਕੇ ਕਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਉਹਨੇ ਫਤਿਹ ਬੁਲਾਈ। ਅਗਲੇ ਦਿਨ ਫਿਰ ਫਤਿਹ ਹੋ ਗਈ, ਤੀਜੇ ਦਿਨ ਫਿਰ ਫਤਿਹ ਹੋ ਗਈ। ਬਾਅਦ ਵਿੱਚ ਕਹਿਣ ਲੱਗਾ ਵੀ ਪਹਿਲਾਂ ਨਾਲੋਂ ਵੀ ਦੂਣਾ ਰਸ ਬਣ ਗਿਆ ਮੇਰਾ ਜੀ। ਕਿਉਂ? ਜਬ ਧਾਰੈ ਕੋਉ ਬੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ। ਜਿੰਨਾ ਚਿਰ ਤੱਕ ਅਸੀਂ ਪ੍ਰੇਮ ਵਿੱਚ ਵੀ ਹੈਗੇ ਆ ਤੇ ਵੈਰ ਵਿੱਚ ਵੀ ਹੈਗੇ ਆ, ਉਹਨਾਂ ਚਿਰ ਤੱਕ ਸਤਿਗੁਰੂ ਕਹਿੰਦੇ ਤੁਹਾਡਾ ਚਿੱਤ ਜਿਹੜਾ ਹੈ ਉਹ ਨਿਸ਼ਚਲ ਨਹੀਂ ਹੋ ਸਕਦਾ, ਟਿਕ ਨਹੀਂ ਸਕਦਾ ਜੀ। ਮਹਾਰਾਜ ਕਹਿਣ ਲੱਗੇ ਪ੍ਰੇਮ ਕਰਨਾ, ਪ੍ਰੇਮ ਤੇ ਵਕਾਰ ਛੱਡ ਦੇਣੇ ਆ। ਹਾਂਜੀ, ਹਮਨੇ ਤੁਮਰੋ ਹਿਤ ਨਿਰਧਾਰ। ਰਾਜੇ ਅਸੀਂ ਤੇਰਾ ਭਲਾ ਚਾਹੁੰਦੇ, ਮਹਾਰਾਜ ਕਹਿਣ ਲੱਗੇ। ਹਾਂਜੀ, ਇਮ ਠਹਿਰਾਇ ਗਇਓ ਨਿਜ ਡੇਰੇ। ਉਹ ਕਹਿੰਦਾ ਮਹਾਰਾਜ ਸਤ ਬਚਨ। ਰਾਜਾ ਆਪਣਾ ਜਿੱਥੇ ਉਹਦਾ ਤੰਬੂ ਲੱਗਾ ਸੀ ਉੱਥੇ ਚਲੇ ਗਿਆ। ਫਿਰੇ ਦੋਨ ਦਿਸ਼ ਮਨੋਜ ਵਡੇਰੇ। ਗੁਰੂ ਸਾਹਿਬ ਨੇ ਫਿਰ ਵੀ ਸਿੱਖ ਭੇਜੇ ਜੀ। ਮਹਾਰਾਜ ਕਹਿੰਦੇ ਦੋਵੇਂ ਰਾਜਿਆਂ ਦੇ ਤੰਬੂਆਂ ਵਿੱਚ ਤੁਰਦੇ ਫਿਰਦੇ ਰਹਿਣਾ, ਕੋਈ ਪਤਾ ਨਹੀਂ ਫੌਜਾਂ ਨਾਲ ਹੈ, ਕਿਹੜੇ ਵੇਲੇ ਜੰਗ ਕਰ ਲੈਣ ਜੀ, ਪਤਾ ਥੋੜੀ ਜੀ। ਸੋ ਦੋਵੇਂ ਪਾਸੇ ਗੁਰੂ ਸਾਹਿਬ ਨੇ ਸਿੱਖਾਂ ਦੀ ਡਿਊਟੀ ਲਾਤੀ ਜੀ। ਪਾਉਂਟਾ ਸਾਹਿਬ ਇਲਾਕਾ ਹੀ ਬੜਾ ਸੋਹਣਾ ਜੀ, ਤੇ ਆਸੇ ਪਾਸੇ ਤੰਬੂ ਲੱਗੇ ਆ ਤੇ ਮਹਾਰਾਜ ਦੇ ਸਿੱਖ ਜਿਹੜੇ ਉਹ ਫੇਰਾ ਰੱਖ ਰਹੇ ਆ ਵੀ ਰਾਜਿਆਂ 'ਚ ਵਿਗਾੜ ਨਾ ਬਣੇ। ਹਾਂਜੀ, ਸੁਪਤ ਸਕਲ ਸਰਵਰੀ ਬਿਤਾਈ। ਸੌਂ ਕੇ ਫਿਰ ਰਾਤ ਬਤੀਤ ਕੀਤੀ ਜੀ ਸਾਰੀ ਜੀ। ਹਾਂਜੀ, ਭਈ ਪ੍ਰਾਤ ਤਿਆਰੀ ਕਰਵਾਈ। ਅਗਲਾ ਦਿਨ ਜਦੋਂ ਚੜ੍ਹਿਆ ਸਤਿਗੁਰੂ ਜੀ ਨੇ ਤਿਆਰੀ ਕਰਵਾਈ ਜੀ। ਹਾਂਜੀ, ਕਰਿਓ ਫਰਾਸ਼ਨ ਫਰਸ਼ ਬਿਸਾਲਾ। ਤੇ ਗੁਰੂ ਕੇ ਫਰਾਸ਼ ਸਿੱਖਾਂ ਨੇ ਸਾਧ ਸੰਗਤ ਜੀ ਵਿਛਾਈ ਕਰਵਾਈ ਜੀ ਸਾਰੀ। ਹਾਂਜੀ, ਰੰਗ ਅਨੇਕਨ ਕੋ ਸ਼ਬ ਵਾਲਾ। ਬੜੇ ਸੋਹਣੇ ਸੋਹਣੇ ਬਸ ਬਿਸਤਰੇ ਚਾਦਰਾਂ ਬਹਿਣ ਵਾਸਤੇ ਵਿਛਾਏ ਜੀ, ਬੈਠਣ ਵਾਸਤੇ। ਬੀਚ ਸਿੰਘਾਸਨ ਕਰਿਓ ਡਸਾਵਨ। ਤੇ ਵਿੱਚ ਘਰ ਪਲੰਘਾ ਡਾਇਆ ਜੀ ਸਤਿਗੁਰੂ ਜੀ ਵਾਸਤੇ। ਕਰੇ ਮਸੰਦ ਸੁਭੱਟ ਬਲਵਾਵਨ। ਤੇ ਸਾਰੇ ਮਸੰਦ ਵੀ ਆ ਗਏ ਤੇ ਸਤਿਗੁਰੂ ਜੀ ਦੀਆਂ ਫੌਜਾਂ ਵੀ ਆ ਗਈਆਂ। 3 ਫੌਜਾਂ ਇਕੱਠੀਆਂ ਹੋ ਗਈਆਂ ਜੀ। ਇੱਕ ਤੇ ਮਹਾਰਾਜ ਦੀ ਫੌਜ ਵੀ ਹੈ, ਦਲ ਹੈ ਪੂਰਾ। ਦੂਜਾ ਫਤਿਹ ਸ਼ਾਹ ਦਾ ਤੇ ਤੀਜਾ ਮੇਦਨੀ ਪ੍ਰਕਾਸ਼ ਦਾ ਜੀ। ਹਾਂਜੀ, ਲੱਗਿਓ ਦੀਵਾਨ ਮਹਾਨ ਸੁਜਾਨਾ। ਐਨ ਸੋਹਣਾ ਦੀਵਾਨ ਲੱਗ ਗਿਆ। ਗੁਰੂ ਸਾਹਿਬ ਦੇ ਫੌਜ ਆ ਗਈ, ਮਸੰਦ ਆ ਗਏ। ਬਸਤਰ ਸ਼ਸਤਰ ਤੇ ਸ਼ਬ ਜਹਨਾਨਾ। ਐ ਬਸਤਰ ਸ਼ਸਤਰ ਸਜਾ ਕੇ ਬਹੁਤ ਵਧੀਆ ਰੂਪ ਰੰਗ ਗੁਰੂ ਕੇ ਸਿੱਖ ਬਣਾ ਕੇ ਦੀਵਾਨ ਲਾ ਲਿਆ ਜੀ। ਪੁਨ ਕਲਗੀਧਰ ਗਰ ਸ਼ਮਸ਼ੇਰ। ਆਖੋ ਸ੍ਰੀ ਵਾਹਿਗੁਰੂ। ਤੇ ਕਲਗੀਧਰ ਮਹਾਰਾਜ ਵੀ ਵੱਡੀ ਤਲਵਾਰ ਪਹਿਨ ਕੇ ਆਏ ਜੀ। ਸ਼ਮਸ਼ੇਰ ਭਾਵ ਸ਼ਮਸ਼ੀਰ। ਹਾਂਜੀ, ਧਨ ਸਰ ਕਰ ਦੀਪਤ ਸ਼ਮਸ਼ੇਰ। ਤੇ ਨਾਲ ਮਹਾਰਾਜ ਨੇ ਤੀਰਾਂ ਦਾ ਪੱਥਾ ਵੀ ਮੋਢੇ ਤੇ ਲਾਇਆ ਜੀ। ਕਮਾਨ ਵੀ ਹੱਥ 'ਚ ਫੜਿਆ। ਤੇ ਮਹਾਰਾਜ ਜਦੋਂ ਤੁਰਦੇ ਆ ਨਾ, ਵਾਹ ਵਾਹ, ਆਖੋ ਵਾਹਿਗੁਰੂ। ਹੁਣ ਵੇਖੋ ਇੱਕ ਪ੍ਰਮਾਣ ਦਿੱਤਾ ਜੀ। ਐਨ ਸਹਿਜੇ ਸਹਿਜੇ ਜਿਵੇਂ ਸ਼ੇਰ ਤੁਰਦਾ ਨਾ, ਸ਼ੇਰ ਦੀ ਇੱਕ ਤੋਰ ਹੁੰਦੀ ਹੈ। ਇਸ ਤਰ੍ਹਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸ਼ੇਰ ਦੀ ਤੋਰ ਤੇ ਬਹੁਤ ਪਿੱਛੇ ਰਹਿ ਗਈ ਜੀ। ਜਦੋਂ ਮਹਾਰਾਜ ਤੁਰਦੇ ਆ ਨਾ, ਫਿਰ ਵੱਡੇ ਵੱਡੇ ਵੇਖਦੇ ਆ ਜੀ। ਐਡੀ ਸੋਹਣੀ ਤੋਰ ਸੀ ਸੱਚੇ ਪਾਤਸ਼ਾਹ ਜੀ ਦੀ। ਇੰਨਾ ਸੋਹਣਾ ਮਹਾਰਾਜ ਤੁਰਦੇ ਆ। ਹਾਂਜੀ, ਆਵਤ ਪੇਖ ਉਠੇ ਸਭ ਆਗੇ। ਜਦੋਂ ਮਹਾਰਾਜ ਆਏ ਨੇ ਤੇ ਗੁਰੂ ਕੇ ਸਿੱਖ ਸਾਰੇ ਵੇਖਦਿਆਂ ਸਾਰ ਉੱਠ ਕੇ ਖਲੋ ਗਏ। ਬੰਦਤ ਅਨੁਰਾਗੇ ਪਗ ਲਾਗੇ। ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਸਾਰਿਆਂ ਨੇ। ਬੈਠੇ ਪੁਨ ਸੁੰਦਰ ਸਿੰਘਾਸਨ। ਫਿਰ ਬੜੇ ਸੋਹਣਾ ਸਿੰਘਾਸਨ ਪਲੰਘਾ ਜਿਹੜਾ ਸੀ, ਸਤਿਗੁਰੂ ਜੀ ਉਸ ਪਲੰਘੇ ਦੇ ਉੱਤੇ ਸੱਜ ਗਏ। ਨਿਕਟ ਨਿਠੁਰ ਵੱਡ ਧਰਿਓ ਸਰਾਸਨ। ਤੇ ਆਪਣੇ ਸਿਰਹਾਣੇ ਮਹਾਰਾਜ ਨੇ ਕਮਾਨ ਰੱਖ ਲਿਆ ਜੀ।
ਸ਼ਸਤਰਾਂ ਨੂੰ ਕਦੀ ਪੈਰਾਂ ਵਾਲੇ ਪਾਸੇ ਨਹੀਂ ਰੱਖੀਦਾ। ਆਖੋ, ਸ਼ਸਤਰਾਂ ਨੂੰ ਕਦੀ ਵੀ ਆਪਣੇ ਘਰ ਵਿੱਚ ਪੈਰਾਂ ਵਾਲੇ ਪਾਸੇ ਨਹੀਂ ਰੱਖਣਾ। ਜਦੋਂ ਰੱਖਣਾ ਸਿਰਹਾਣੇ ਰੱਖਣਾ ਸਾਧ ਸੰਗਤ ਜੀ। ਨਾ ਹੀ ਗੁਰਬਾਣੀ ਦੀ ਪੋਥੀ ਨੂੰ ਕਦੀ ਪੈਰਾਂ ਵਾਲੇ ਪਾਸੇ ਰੱਖਣਾ, ਸਿਰਹਾਣੇ ਰੱਖਣਾ। ਹਾਂਜੀ। ਚਮਰ ਟੁਰਨ ਲੱਗਿਓ ਚਾਹੋ ਫੇਰੇ। ਗੁਰੂ ਸਾਹਿਬ ਜੀ ਦੇ ਸੀਸ ਉੱਤੇ ਚੌਰ ਸਾਹਿਬ ਹੋਣ ਲੱਗ ਪਿਆ ਜੀ। ਖਰੇ ਦੰਡ ਤਰ ਕੰਚਨ ਕੇਰੇ। ਸੋਨੇ ਦੀਆਂ ਚੋਭਾਂ ਲੈ ਕੇ ਦੋ ਸਿੱਖ ਖਲੋ ਗਏ ਜੀ ਅੱਗੇ। ਹਾਂਜੀ। ਰਾਜ ਸਾਜ ਇਹਨੇ ਇਤੇ ਆਦਿਕ ਸਾਰਾ। ਇਸ ਤਰੀਕੇ ਨਾਲ ਰਾਜ ਸਾਜ ਹੈ ਮਹਾਰਾਜ ਦਾ ਇਹ ਜੀ। ਚੰਦੋਆ ਵੀ ਲੱਗਾ, ਪਲੰਗਾ ਵੀ ਹੈ, ਚੋਭਾਂ ਵੀ ਹੈ, ਚੌਰ ਵੀ ਹੋ ਰਹੇ ਹੈ। ਇਹ ਰਾਜ ਸਾਜ ਹੈ ਸੱਚੇ ਪਾਤਸ਼ਾਹ ਦਾ। ਵੇਖੋ ਕਮਾਲ ਦੀ ਗੱਲ, ਰਾਜ ਸਾਜ ਦੇ ਵਿੱਚ ਨਾਮ ਜਪਣ ਦੀ ਗੱਲ ਮਹਾਰਾਜ ਕਰਦੇ ਆ। ਆਖੋ ਵਾਹਿਗੁਰੂ। ਤੇ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਸਰਦਾਰੀਆਂ ਵੀ ਦਿੱਤੀਆਂ ਸਾਧ ਸੰਗਤ ਜੀ। ਸਾਰੀਆਂ ਸਰਦਾਰੀਆਂ ਹਨ ਰਾਜ ਸਾਜ ਦੇ ਵਿੱਚ ਨਾਮ ਜਪਣਾ ਜੀ ਆਪਾਂ। ਹਾਂਜੀ। ਦੀਪਤ ਸਤਿਗੁਰ ਕੇ ਦਰਬਾਰਾ। ਹਾਂਜੀ। ਪਠੇ ਦੁਹਨ ਨਿਪ ਨਿਕਟਮ ਸੰਦਾ। ਦੋ ਸਿੱਖਾਂ ਨੂੰ ਮਸੰਦਾਂ ਨੂੰ ਭੇਜਿਆ ਜੀ। ਇੱਕ ਫਤਿਹ ਸ਼ਾਹ ਕੋ ਚਲੇ ਗਿਆ, ਇੱਕ ਮੇਦਨੀ ਪ੍ਰਕਾਸ਼ ਕੋ ਚਲੇ ਗਿਆ। ਕਰੇ ਹਕਾਰਨ ਸੁਣਤ ਆਨੰਦਾ। ਮਹਾਰਾਜ ਸੱਚੇ ਪਾਤਸ਼ਾਹ ਦਾ ਸੁਨੇਹਾ ਦਿੱਤਾ ਰਾਜਿਆਂ ਨੂੰ, ਭਾਈ ਆਪ ਜੀ ਨੂੰ ਮਹਾਰਾਜ ਸਤਿਗੁਰੂ ਜੀ ਨੇ ਬੁਲਾਇਆ। ਦੋਵੇਂ ਰਾਜੇ ਸੁਣ ਕੇ ਬੜੇ ਆਨੰਦਿਤ ਹੋਏ ਜੀ। ਨਿਜ ਨਿਜ ਸੈਨਾ ਲੈ ਸਮੁਦਾਏ। ਆਪਣੀਆਂ ਆਪਣੀਆਂ ਸੈਨਾ ਲੈ ਕੇ ਤੁਰੇ ਜੀ। ਇਹ ਬੜੀ ਆਦਤ ਹੁੰਦੀ ਹੈ। ਆਖੋ ਵਾਹਿਗੁਰੂ। ਬੰਦੇ ਨਾਲ ਲੈ ਕੇ ਵਿਖਾਉਣੇ ਜੀ। ਹਾਂਜੀ। ਦੋਹ ਦਿਸ਼ ਤੇ ਦੋਨੋਂ ਚੱਲ ਆਏ। ਦੋਵੇਂ ਪਾਸਿਓਂ ਇਧਰੋਂ ਫਤਿਹ ਸ਼ਾਹ ਆ ਰਿਹਾ, ਇਧਰੋਂ ਮੇਦਨੀ ਪ੍ਰਕਾਸ਼ ਆ ਰਿਹਾ ਜੀ। ਹਾਂਜੀ। ਪਦ ਅਰਬਿੰਦ ਬੰਦਨਾ ਕਰੇ। ਤੇ ਦੋਵਾਂ ਨੇ ਮੱਥਾ ਟੇਕਿਆ ਜੀ। ਹਾਂਜੀ। ਸਨਮਾਨੇ ਸਭ ਕੇ ਮਦ ਥਿਰੇ। ਮਹਾਰਾਜ ਸੱਚੇ ਪਾਤਸ਼ਾਹ ਆਪ ਵਿੱਚ ਘਰ ਬੈਠੇ ਨੇ। ਆਖੋ ਵਾਹਿਗੁਰੂ। ਇਧਰ ਇੱਕ ਬੰਨੇ ਮੇਦਨੀ ਪ੍ਰਕਾਸ਼, ਇੱਕ ਬੰਨੇ ਫਤਿਹ ਸ਼ਾਹ। ਤੇ ਵੇਖ ਲਓ ਅਜੇ ਸਹਿਮਤੀ ਨਹੀਂ ਨਾ ਹੋਈ, ਬੁਲਾ ਨਹੀਂ ਰਹੇ ਇੱਕ ਦੂਜੇ ਨੂੰ ਜੀ। ਸਾਹਮਣੇ ਬੈਠੇ, ਆਮਣੇ ਸਾਹਮਣੇ, ਬਹੁਤੀ ਦੂਰੀ ਤੇ ਥੋੜੀ ਬੈਠੇ ਜੀ, ਪਰ ਬੁਲਾ ਨਹੀਂ ਰਹੇ ਜੀ। ਮਹਾਰਾਜ ਸੱਚੇ ਪਾਤਸ਼ਾਹ ਵਿੱਚ ਘਰ ਬੈਠੇ ਆ। ਇੱਧਰ ਉਹਦੀ ਫੌਜ, ਉੱਧਰ ਉਹਦੀ ਫੌਜ ਜੀ। ਹਾਂਜੀ। ਸਤਿਗੁਰ ਕਹਿਓ ਪਰਸਪਰ ਕੌਰੀ। ਹਾਂਜੀ। ਭਰ ਕਰ ਮਿਲੋ ਮੁਦਤ ਇਸ ਠੌਰੀ। ਤੇ ਹੁਣ ਮਹਾਰਾਜ ਨੇ ਫਿਰ ਬਚਨ ਕੀਤਾ। ਮਹਾਰਾਜ ਕਹਿਣ ਲੱਗੇ, ਭਾਈ ਦੋਵੇਂ ਰਾਜੇ ਉਠੋ। ਕੌਰੀ ਕਹਿੰਦੇ ਗਲੇ ਮਿਲਣ ਨੂੰ ਜੀ। ਉਠੋ, ਬਹੁਤ ਖੁਸ਼ੀ ਦੇ ਨਾਲ ਇੱਕ ਦੂਜੇ ਨੂੰ ਗਲੇ ਮਿਲੋ। ਮਹਾਰਾਜ ਕਹਿਣ ਲੱਗੇ, ਖੁਸ਼ੀ ਨਾਲ ਮਿਲੋ ਕਹਿਣ ਲੱਗੇ। ਹਾਂਜੀ। ਵਧਿਓ ਵਿਰੋਧ ਸ਼ੋਰ ਸਭ ਦੀਜੈ। ਜਿੰਨਾ ਤੁਹਾਡਾ ਵੈਰ ਵਧਿਆ ਨਾ, ਵੈਰ ਟਿਕਣ ਥੋੜੀ ਦਿੰਦਾ ਜੀ। ਜਿੰਨਾ ਤੁਹਾਡਾ ਵੈਰ ਵਧਿਆ, ਸਾਡਾ ਬਚਨ ਮੰਨ ਕੇ ਇੱਥੇ ਹੀ ਛੱਡ ਦੇਣਾ ਕਹਿਣ ਲੱਗੇ। ਇੱਥੇ ਛੱਡ ਦੇਣਾ। ਪ੍ਰਥਮ ਵਾਰਤਾ ਨੈ ਸਿਮਰੀਜੈ। ਪਹਿਲੀ ਗੱਲ ਚੇਤੇ ਹੀ ਨਹੀਂ ਕਰਨੀ ਵੀ ਇਹਨੇ ਪਹਿਲਾਂ ਮੈਨੂੰ ਇੰਜ ਕਿਹਾ ਸੀ ਜਾਂ ਇੰਜ ਕਿਹਾ ਸੀ। ਨਹੀਂ, ਪਹਿਲੀ ਗੱਲ ਤੁਸਾਂ ਨੇ ਚੇਤੇ ਹੀ ਨਹੀਂ ਕਰਨੀ। ਹਾਂਜੀ। ਮਾਨ ਹੁਕਮ ਦੋਨੋਂ ਉਠ ਕਰਕੇ। ਹਾਂਜੀ। ਮਿਲ ਆਪਸ ਮੈਂ ਬੈਰ ਬਿਸਰ ਕੇ। ਆਖੋ ਵਾਹਿਗੁਰੂ। ਹੁਣ ਗੱਲ ਤੇ ਮਹਾਰਾਜ ਦੇ ਬਚਨ ਦੀ ਸੀਗੀ ਜੀ। ਜਦੋਂ ਸਤਿਗੁਰੂ ਜੀ ਨੇ ਬਚਨ ਕੀਤਾ, ਦੋਵੇਂ ਰਾਜੇ ਉਠੇ। ਇੱਕਦਮ ਪਹਿਲੀਆਂ ਗੱਲਾਂ ਦਾ ਚੇਤਾ ਹੀ ਭੁੱਲ ਗਿਆ ਜੀ ਉਹਨਾਂ ਨੂੰ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨ ਆਈ। ਦੋਵੇਂ ਰਾਜੇ ਉੱਠੇ, ਪਹਿਲੀਆਂ ਗੱਲਾਂ ਦਾ ਚੇਤਾ ਹੀ ਭੁੱਲ ਗਿਆ ਤੇ ਦੋਵਾਂ ਨੇ ਇੱਕ ਦੂਜੇ ਨੂੰ ਨਾ ਜੀ ਗਲੇ ਲਾ ਲਿਆ ਆਪਣੇ ਜੀ। ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਜੀ, ਇਹ ਬੜਾ ਵੱਡਾ ਕੰਮ ਸੀਗਾ ਜੀ। ਨਹੀਂ ਤੇ ਹਜ਼ਾਰਾਂ ਮਨੁੱਖ ਮਰਨੇ ਸੀਗੇ ਜੀ, ਹਜ਼ਾਰਾਂ ਮਨੁੱਖ ਜੀ। ਫਿਰ ਪਰ ਮਾੜੀ ਗੱਲ ਪਤਾ ਕੀ ਹੈ,
ਇਹ ਦੋਵੇਂ ਮੂਰਖ ਰਾਜਿਆਂ ਨੇ ਸਤਿਗੁਰਾਂ ਉੱਤੇ ਚੜ੍ਹਾਈ ਕਰਨੀ ਦੀ ਬਾਤ ਹੁੰਦੀ। ਮਹਾਰਾਜ ਇਹਨਾਂ ਨੂੰ ਮਿਲਾ ਰਹੇ ਨਾ, ਇਹਨਾਂ ਨੇ ਮਹਾਰਾਜ ਉੱਤੇ ਸਮੇਂ ਨਾਲ ਚੜ੍ਹਾਈ ਕਰਨੀ ਦੀ। ਸਤਿਗੁਰੂ ਜੀ ਨੂੰ ਕਿਹੜਾ ਨਹੀਂ ਪਤਾ ਜੀ, ਪਰ ਮਹਾਰਾਜ ਕੁਝ ਨਹੀਂ ਕਹਿ ਰਹੇ, ਮਿਲਾ ਰਹੇ ਜੀ ਉਹਨਾਂ ਨੂੰ। ਦੋਵੇਂ ਮਿਲ ਪਏ, ਬੰਧਨ ਕਰ ਬੈਠੇ ਸਤਿਗੁਰ ਐ ਕੋ। ਗਲੇ ਲੱਗ ਕੇ ਘੁੱਟ ਕੇ ਮਿਲੇ ਜੀ, ਫਿਰ ਮੱਥਾ ਟੇਕ ਕੇ ਸਤਿਗੁਰੂ ਜੀ ਦੇ ਲਾਗੇ ਬੈਠ ਗਏ। ਭੇਦ ਮਿਟਾਏ ਆਨੰਦ ਪਰ ਉਰ ਕੋ। ਉਹਨਾਂ ਨੂੰ ਵੀ ਤਸੱਲੀ ਹੋ ਗਈ ਜੀ। ਵੇਖੋ ਵੈਰ ਤੇ ਵੈਰ ਹੀ ਹੁੰਦਾ ਜੀ, ਭਾਵੇਂ ਕੋਈ ਕਿੰਨਾ ਵੀ ਰਾਠ ਕਿਉਂ ਨਾ ਹੋਵੇ, ਪਰ ਵੈਰ ਬੰਦੇ ਦੀ ਚਿੰਤਾ ਦਾ ਕਾਰਨ ਬਣਿਆ ਹੁੰਦਾ ਜੀ। ਅੱਠੇ ਪਹਿਰ ਦਾ ਸੰਸਾ ਹੁੰਦਾ ਜੀ। ਦੋਵਾਂ ਰਾਜਿਆਂ 'ਚ ਸ਼ਾਂਤੀ ਹੋ ਗਈ। ਉਧਰ ਫੌਜਾਂ ਨੂੰ ਪਤਾ ਲੱਗਾ, ਸਿਪਾਹੀ ਵੀ ਇੱਕ ਦੂਜੇ ਨੂੰ ਮਿਲਣ ਲੱਗ ਪਏ ਜੀ। ਸਿਪਾਹੀ ਵੀ ਮਿਲ ਪਏ, ਨਹੀਂ ਤੇ ਇਹਨਾਂ ਨੇ ਤਲਵਾਰਾਂ ਮਾਰਨੀਆਂ ਸੀ ਇੱਕ ਦੂਜੇ ਨੂੰ ਜੀ। ਭੇਦ ਮਿਟਾਏ ਆਨੰਦ ਭਰ ਉਰ ਕੋ, ਐਨ ਹਿਰਦਾ ਆਨੰਦ ਨਾਲ ਭਰ ਗਿਆ। ਕਰੇ ਪ੍ਰੇਮ ਕੀ ਬਾਤ ਬਹੋਰੀ। ਬੜੇ ਪ੍ਰੇਮ ਨਾਲ ਗੱਲਾਂ ਸ਼ੁਰੂ ਹੋ ਗਈਆਂ ਜੀ। ਇੱਕ ਦੂਜੇ ਨੂੰ ਗੱਲਬਾਤ ਪੁੱਛਦਿਆਂ, ਹਾਲ ਚਾਲ ਪੁੱਛਦਿਆਂ, ਗੱਲ ਕਰਦਿਆਂ ਕਰਦਿਆਂ ਕਾਫੀ ਪ੍ਰੇਮ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਜੀ। ਦੇਖ ਦੇਖ ਸ਼੍ਰੀ ਪ੍ਰਭ ਕੀ ਔਰੀ। ਤੇ ਨਾਲੇ ਮਹਾਰਾਜ ਦੇ ਦਰਸ਼ਨ ਕਰਦੇ ਜੀ ਉਹ। ਤੇ ਗੁਰੂ ਸਾਹਿਬ ਪਤਾ ਕੀ ਕਰ ਰਹੇ ਜੀ, ਕਲਗੀ ਝੁੱਲ ਰਹੀ ਹੈ, ਵੱਡਾ ਗਾਤਰਾ ਪਾਇਆ ਤਲਵਾਰ ਸ੍ਰੀ ਸਾਹਿਬ। ਮਹਾਰਾਜ ਦੋਵੇਂ ਰਾਜਿਆਂ ਵੱਲ ਵੇਖ ਕੇ ਤੇ ਮੁਸਕਰਾ ਰਹੇ ਨੇ ਜੀ। ਕਦੀ ਮਹਾਰਾਜ ਮੇਦਨੀ ਵੱਲ ਵੇਖਦੇ ਆ, ਕਦੀ ਫਤਿਹ ਵੱਲ ਵੇਖਦੇ ਆ। ਹਾਂਜੀ। ਕਰਨ ਅਖੇਰ ਸ਼ੇਰ ਕੋ ਮਾਰਨ। ਦੂਣ ਸੁੰਦਰੀ ਕਰਹਿ ਉਚਾਰਨ। ਫਿਰ ਪਤਾ ਬੈਠੇ ਬੈਠੇ ਕੀ ਗੱਲਾਂ ਸ਼ੁਰੂ ਕੀਤੀਆਂ, ਵੀ ਹੁਣ ਆਪਾਂ ਇਕੱਠੇ ਤੇ ਹੋ ਹੀ ਗਏ ਆ, ਤੇ ਸ਼ੇਰ ਦਾ ਸ਼ਿਕਾਰ ਕਰੀਏ ਜੰਗਲ ਵਿੱਚ ਜਾ ਕੇ। ਹਾਂਜੀ। ਇਤਿਆਦਿਕ ਹੋਈ ਬਹੁ ਗਾਥਾ। ਇਤਿਆਦਿਕ ਹੋਈ ਬਹੁ ਗਾਥਾ। ਇਸ ਤਰੀਕੇ ਨਾਲ ਗੱਲਾਂ ਬਾਤਾਂ ਕਰਦੇ ਰਹੇ, ਸ਼ੇਰ ਨੂੰ ਮਾਰਨ ਦੀਆਂ ਗੱਲਾਂ ਕਰਦੇ ਰਹੇ ਜੀ। ਹਾਂਜੀ। ਦੋਨੋਂ ਭੂਪਨ ਕੀ ਪ੍ਰਭ ਸਾਥਾ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੋਵਾਂ ਰਾਜਿਆਂ ਦੇ ਸਾਥੀ ਬਣ ਗਏ ਜੀ। ਹਾਂਜੀ। ਭਇਓ ਜਾਮ ਲਗ ਤਬ ਦਰਬਾਰਾ। ਇੱਕ ਪੈਰ ਉਹ ਰਾਜੇ ਮਹਾਰਾਜ ਜੀ ਦੇ ਹਜ਼ੂਰ ਬੈਠੇ ਰਹੇ, ਉਹਨਾਂ ਨੂੰ ਵੈਰ ਵਿਰੋਧ ਦਾ ਚੇਤਾ ਹੀ ਭੁੱਲ ਗਿਆ ਜੀ। ਸਹਿਜੇ ਸਹਿਜੇ ਉਹਨਾਂ ਦਾ ਇੰਨਾ ਪਿਆਰ ਇੱਕੋ ਪੈਰ ਵਿੱਚ ਮਹਾਰਾਜ ਨੇ ਬਣਾ ਦਿੱਤਾ, ਉਹਨਾਂ ਨੂੰ ਚੇਤਾ ਹੀ ਭੁੱਲ ਗਿਆ ਵੀ ਸਾਡੀ ਕਦੀ ਲੜਾਈ ਵੀ ਹੋਈ ਸੀਗੀ ਜੀ। ਇੰਨਾ ਪਿਆਰ ਸਤਿਗੁਰੂ ਜੀ ਨੇ ਬਣਾ ਦਿੱਤਾ ਜੀ। ਹਾਂਜੀ। ਕਲਗੀ ਤਰ ਕੋ ਲੱਖ ਰੁਖ ਸਾਰਾ। ਇੱਕ ਪੈਰ ਤੱਕ ਮਹਾਰਾਜ ਬੈਠੇ ਰਹੇ, ਫਿਰ ਸਤਿਗੁਰੂ ਜੀ ਨੇ ਉੱਠਣ ਦਾ ਫੁਰਨਾ ਬਣਾਇਆ ਜੀ। ਉਠ ਭੂਪਤ ਕਰ ਬੰਧਨ ਗਏ। ਰਾਜੇ ਵੀ ਫਿਰ ਉੱਠ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਆਪੋ ਆਪਣੇ ਤੰਬੂਆਂ ਦੇ ਵਿੱਚ ਚਲੇ ਗਏ। ਨਿਜ ਨਿਜ ਸਿਵਰ ਪਹੁੰਚਤ ਭਏ। ਤੇ ਆਪੋ ਆਪਣੇ ਡੇਰਿਆਂ ਦੇ ਵਿੱਚ ਪਹੁੰਚ ਗਏ ਜੀ। ਹਾਂਜੀ। ਉੱਠੇ ਆਪ ਭੋਜਨ ਤਬ ਖਾਇਓ। ਗਰੀਬ ਨਵਾਜ ਮਹਾਰਾਜ ਉੱਠੇ ਤੇ ਸਤਿਗੁਰੂ ਜੀ ਨੇ ਪ੍ਰਸ਼ਾਦ ਪਾਣੀ ਭੋਜਨ ਛਕਿਆ। ਪੁਨ ਆਰਾਮ ਹਿਤ ਮਨ ਬਿਰਮਾਇਓ। ਫਿਰ ਸਤਿਗੁਰੂ ਜੀ ਨੇ ਆਰਾਮ ਕੀਤਾ। ਮਹਾਰਾਜ ਜੀ ਨੇ ਉੱਠੇ ਬਹੁਰ ਜਲ ਛਕ ਲੀਨ। ਸੋਚ ਇਸ਼ਨਾਨ ਸਕਲ ਤਨ ਕੀਨ। ਫਿਰ ਦੁਪਹਿਰ ਤੋਂ ਬਾਅਦ ਸਤਿਗੁਰੂ ਜੀ ਉੱਠੇ ਹਨ, ਸੌਚ ਇਸ਼ਨਾਨ ਕੀਤਾ ਜੀ ਮਹਾਰਾਜ ਜੀ ਨੇ। ਹਾਂਜੀ। ਜਾਮ ਦਿਵਸ ਤੇ ਹੇਤ ਅਖੇਰ। ਇਹ ਇੱਕ ਪੈਰ ਰਹਿੰਦਾ ਦਿਨ ਦਾ ਜੀ, ਸ਼ਿਕਾਰ ਖੇਡਣ ਦਾ ਫੁਰਨਾ ਮਹਾਰਾਜ ਨੇ ਬਣਾਇਆ ਜੀ। ਭਏ ਅਰੂੜ ਤੁਰੰਗਮ ਫੇਰ। ਤੇ ਸਤਿਗੁਰੂ ਜੀ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਵੀ ਘੋੜਿਆਂ ਉੱਤੇ ਬੈਠੋ ਭਾਈ, ਸ਼ਿਕਾਰ ਖੇਡਣਾ। ਅਸਲ ਵਿੱਚ ਇਹ ਦੋਵੇਂ ਰਾਜੇ ਜਦੋਂ ਇਕੱਠੇ ਹੋਏ ਨਾ ਜੀ, ਇਹਨਾਂ ਨੇ ਗੱਲ ਕੀਤੀ ਵੀ ਸ਼ੇਰ ਰਹਿੰਦਾ ਆਪਣੇ ਇਲਾਕੇ ਵਿੱਚ ਤੇ ਉਹ ਸ਼ੇਰ ਮਾਰਨਾ ਹੈ। ਅੱਜ ਵੀ ਉਹ ਅਸਥਾਨ ਬਣਿਆ ਜੀ ਜਿੱਥੇ ਸਤਿਗੁਰਾਂ ਨੇ ਫਿਰ ਉਹ ਸ਼ੇਰ ਮਾਰਿਆ ਸੀਗਾ ਜੀ। ਪਾਉਂਟਾ ਸਾਹਿਬ ਜਾਓ, ਉਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਸ਼ੇਰਗਾਹ ਸਾਹਿਬ। ਗੱਲਬਾਤ ਚੱਲੀ ਵੀ ਸ਼ੇਰ ਤੰਗ ਬੜਾ ਕਰਦਾ ਹੈ, ਕਈ ਵਾਰੀ ਬਸ ਇੱਕਦਮ ਹੀ ਝਪਟ ਪੈਂਦਾ ਸੀ ਬੰਦਿਆਂ ਉੱਤੇ ਜੀ। ਉਸ ਸ਼ੇਰ ਦੀਆਂ ਸ਼ਿਕਾਇਤਾਂ ਮੇਦਨੀ ਪ੍ਰਕਾਸ਼ ਕੋ ਵੀ ਆਈਆਂ ਸੀ ਤੇ ਫਤਿਹ ਸ਼ਾਹ ਕੋ ਵੀ ਆਈਆਂ ਸੀ।
ਪਰ ਵਸ ਨਹੀਂ ਸੀ ਚੱਲਦਾ ਜੀ ਉਸ ਸ਼ੇਰ ਉੱਤੇ ਜੀ। ਉਹ ਕਹਿੰਦੇ ਵੀ ਹੁਣ ਤੇ ਇਕੱਠੇ ਹੋ ਗਏ ਆ, ਹੁਣ ਆਪਾਂ ਉਸ ਸ਼ੇਰ ਦਾ ਸ਼ਿਕਾਰ ਕਰਦੇ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਿਖਾਉਂਦੇ ਆ ਵੀ ਸ਼ੇਰ ਦਾ ਸ਼ਿਕਾਰ ਅਸੀਂ ਕਿਵੇਂ ਕਰਦੇ ਹਾਂ। ਸੋ ਮਹਾਰਾਜ ਇਸ਼ਨਾਨ ਪਾਨ ਕਰਕੇ ਮਹਾਰਾਜ ਕਹਿੰਦੇ ਸੱਦੋ ਰਾਜਿਆਂ ਨੂੰ, ਫਿਰ ਵੇਖੀਏ ਸ਼ੇਰ ਦਾ ਸ਼ਿਕਾਰ। ਦੋਨੋਂ ਭੂਪਤ ਸੰਗ ਚੜਾਏ, ਦੋਵੇਂ ਰਾਜੇ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਸਤਿਗੁਰਾਂ ਨੇ ਆਪਣੇ ਨਾਲ ਚੜਾ ਲਏ ਜੀ। ਬਨ ਮੈਂ ਵਿਚਰੇ ਖੱਗ ਮ੍ਰਿਗ ਘਾਏ, ਜੰਗਲ ਵਿੱਚ ਗਏ ਜੀ, ਬੜੇ ਮਿਰਗਾਂ ਦਾ ਪੰਛੀਆਂ ਦਾ ਸ਼ਿਕਾਰ ਖੇਡਿਆ ਗਿਆ। ਅਨਕ ਬਿਲਾਸ ਵਿਪਨ ਮਹਿ ਕਰੇ, ਬੜਾ ਜੰਗਲ ਵਿੱਚ ਬਿਲਾਸ ਕਰਦੇ ਰਹੇ। ਹਾਂਜੀ, ਸੰਧਿਆ ਜਾਨ ਸਿਵਰ ਕੋ ਫਿਰੇ, ਫਿਰ ਸ਼ਾਮ ਹੋ ਗਈ ਜੀ, ਡੇਰਾ ਫਿਰ ਵਾਪਸ ਕਰ ਲਿਆ ਜੀ। ਹਾਂਜੀ ਦੌਰ ਕੋਹੀਆ ਇਕ ਤਬ ਆਇਓ, ਹਾਂਜੀ, ਊਚ ਪੁਕਾਰਤ ਬਾਕ ਸੁਣਾਇਓ। ਆਖੋ ਵਾਹਿਗੁਰੂ। ਅਜੇ ਦੋਵੇਂ ਰਾਜੇ ਮਹਾਰਾਜ ਦੇ ਕੋਲ ਸੀਗੇ ਤਾਂ ਸਾਧ ਸੰਗਤ ਜੀ ਇੱਕ ਪਹਾੜੀਆ ਉਸ ਇਲਾਕੇ ਦਾ ਉਹ ਭੱਜਾ ਭੱਜਾ ਸਤਿਗੁਰੂ ਜੀ ਦੇ ਕੋਲ ਆਇਆ ਜੀ। ਤੇ ਸਤਿਗੁਰੂ ਜੀ ਨੂੰ ਉੱਚੀ ਸਾਰੀ ਕਹਿਣ ਲੱਗਾ, ਪ੍ਰਭ ਜੀ ਵੱਡੋ ਕਹਿਰੀ ਜੋਏ। ਉਹਨੇ ਵੀ ਕਹਿ ਦਿੱਤਾ, ਮਹਾਰਾਜ ਸਤਿਗੁਰੂ ਮਹਾਰਾਜ ਇਸ ਇਲਾਕੇ ਵਿੱਚ ਇੱਕ ਸ਼ੇਰ ਰਹਿੰਦਾ ਹੈ। ਹਾਂਜੀ, ਸਗਰੀ ਦੂਣ ਜਾਣਤੀ ਸੋਏ, ਸਾਰਾ ਇਲਾਕਾ ਜਾਣਦਾ ਮਹਾਰਾਜ, ਇਹ ਦੂਣ ਦਾ ਸਾਰਾ ਇਲਾਕਾ ਜਾਣਦਾ ਹੈ, ਇੱਥੇ ਸ਼ੇਰ ਰਹਿੰਦਾ ਹੈ ਤੇ ਸ਼ੇਰ ਵੱਡੋ ਕਹਿਰੀ ਜੋਏ। ਮਹਾਰਾਜ ਹੈ ਬੜਾ ਵੱਡਾ, ਉਹ ਹੈ ਬਹੁਤ ਵੱਡਾ। ਤੇ ਵਿਦਵਾਨ ਦੱਸਦੇ ਆ ਵੀ ਉਹ ਸ਼ੇਰ ਚਿੱਟੇ ਰੰਗ ਦਾ ਸੀਗਾ ਜੀ, ਚਿੱਟੇ ਰੰਗ ਦਾ। ਤੁਸੀਂ ਸਾਧ ਸੰਗਤ ਜੀ YouTube ਉੱਤੇ ਵਾਈਟ ਲਾਈਨ ਕਰਕੇ ਲਿਖੋ, 7-7 8-8 ਫੁੱਟ ਦੇ ਸ਼ੇਰ ਨੇ ਚੌੜਾਈ ਵਿੱਚ ਜੀ, ਤੇ ਉੱਚੇ ਵੀ ਘੱਟੋ ਘੱਟ ਨਹੀਂ 6-6 ਫੁੱਟ ਉੱਚੇ ਸ਼ੇਰ ਨੇ। ਬੜੇ ਬੜੇ ਵੱਡੇ ਸ਼ੇਰ ਨੇ ਕਈ, ਤੁਸੀਂ ਵੇਖ ਸਕਦੇ ਹੋ। ਉਹਨਾਂ ਦੀ ਹਾਈਟ ਸਰਚ ਕਰ ਲਓ, ਤੁਹਾਨੂੰ ਪਤਾ ਲੱਗ ਜਾਏਗਾ। ਕਹਿੰਦਾ ਮਹਾਰਾਜ ਸ਼ੇਰ ਬੜਾ ਵੱਡਾ ਤੇ ਸਤਿਗੁਰੂ ਉਹ ਤੰਗ ਵੀ ਬੜਾ ਕਰਦਾ ਹੈ। ਹਾਂਜੀ, ਕੋਏ ਨਾ ਮਾਰ ਸਕਿਓ ਵੱਡ ਦਾਰਨ। ਮਹਾਰਾਜ ਉਹ ਇੰਨਾ ਭਿਆਨਕ ਸ਼ੇਰ ਹੈ, ਕਈ ਵਾਰੀ ਉਹਨੂੰ ਮਾਰਨ ਦੀਆਂ ਸਕੀਮਾਂ ਬਣਾਈਆਂ ਸਨ ਮਹਾਰਾਜ, ਕਈ ਵਾਰੀ ਵਿਉਂਤਾਂ ਰਚੀਆਂ ਨੇ, ਪਰ ਉਸ ਸ਼ੇਰ ਨੂੰ ਕੋਈ ਮਾਰ ਨਹੀਂ ਸਕਿਆ। ਹਾਂਜੀ, ਗੋ ਮੈਂ ਖੀਸੋ ਕਰਤ ਸੰਘਾਰਨ। ਮਹਾਰਾਜ ਗਾਵਾਂ ਮੱਝਾਂ ਜਦੋਂ ਚਰਨ ਵਾਸਤੇ ਜਾਂਦੀਆਂ ਨੇ ਤੇ ਸਤਿਗੁਰੂ ਉਹ ਗਾਵਾਂ ਮੱਝਾਂ ਨੂੰ ਆਪ ਮਾਰ ਕੇ ਖਾ ਜਾਂਦਾ ਹੈ। ਸਾਡਾ ਤੇ ਬੜਾ ਨੁਕਸਾਨ ਹੁੰਦਾ ਜੀ। ਹਾਂਜੀ, ਕੇਤਿਕ ਦਿਵਸ ਮੈਂ ਇਹ ਦ੍ਰਿਸ਼ਟਾਇਓ, ਹਾਂਜੀ ਗਇਓ ਹੋ ਤੋ ਕਿਤ ਅਬ ਚਲ ਆਇਓ। ਮਹਾਰਾਜ ਪਹਿਲਾਂ ਤੇ ਕੁਝ ਸਮਾਂ ਨਜ਼ਰ ਨਹੀਂ ਸੀ ਆਇਆ, ਇੰਜ ਲੱਗਦਾ ਸੀ ਵੀ ਚਲੇ ਗਿਆ, ਪਰ ਸਤਿਗੁਰੂ ਮਹਾਰਾਜ ਉਹ ਸ਼ੇਰ ਹੁਣ ਫਿਰ ਵਾਪਸ ਆ ਗਿਆ। ਹਾਂਜੀ, ਦੋਨੋਂ ਰਾਵ ਗੁਰੂ ਜੁਤ ਸੁਣਿਓ, ਹਾਂਜੀ। ਸੰਧਿਆ ਪਰੀ ਜਾਨ ਪ੍ਰਭ ਭਨਿਓ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸੁਣ ਰਹੇ ਆ ਤੇ ਰਾਜੇ ਵੀ ਸੁਣ ਰਹੇ ਆ ਜੀ। ਦੋਵੇਂ ਰਾਜੇ ਕਹਿੰਦੇ ਮਹਾਰਾਜ ਉਹੋ ਹੀ ਸ਼ੇਰ ਤੇ ਜਿਹਦੀ ਗੱਲ ਕੀਤੀ ਸੀ। ਅਬ ਨਾ ਸਮੋ ਮਾਰਨ ਕੋ ਰਹਿਓ। ਮਹਾਰਾਜ ਉਸ ਪਹਾੜੀ ਨੂੰ ਕਹਿਣ ਲੱਗੇ, ਭਾਈ ਪਿਆਰਿਆ ਸ਼ਾਮਾਂ ਪੈ ਗਈਆਂ, ਹੁਣੇ ਹਨੇਰਾ ਹੋ ਜਾਣਾ, ਇਹ ਸਮਾਂ ਸ਼ੇਰ ਨੂੰ ਮਾਰਨ ਦਾ ਨਹੀਂ ਹੈਗਾ। ਕਹਿਣ ਲੱਗੇ ਹਾਂਜੀ, ਚਲੇ ਭਰਾਤ ਜਿਸ ਥਲ ਤੈ ਲਹਿਓ। ਚੱਲ ਹੈ ਪ੍ਰਾਤ ਜਿਸ ਥਲ ਤੈਂ ਲਹਿਓ, ਕੱਲ ਸਵੇਰੇ ਆਵੀਂ, ਜਿਸ ਜਗ੍ਹਾ ਤੂੰ ਸ਼ੇਰ ਦੇਖਿਆ ਨਾ ਸਾਨੂੰ ਉਸ ਜਗ੍ਹਾ ਤੇ ਲੈ ਜੀ। ਕਹਿਣ ਲੱਗੇ ਹਾਂਜੀ, ਪ੍ਰਭ ਬਚ ਜੁਗ ਭੂਪਨ ਸਨਮਾਨਾ। ਦੋਵੇਂ ਰਾਜੇ ਕਹਿਣ ਲੱਗੇ ਮਹਾਰਾਜ ਠੀਕ ਹੈ, ਕੱਲ ਸਵੇਰੇ ਸ਼ਿਕਾਰ ਖੇਡਾਂਗੇ। ਹਾਂਜੀ, ਆਪ ਪ੍ਰਭਾਤੀ ਕਰੋ ਪਿਆਨਾ। ਮਹਾਰਾਜ ਅਸੀਂ ਖੇਡਾਂਗੇ, ਅਸੀਂ ਮਾਰ ਕੇ ਵਿਖਾਵਾਂਗੇ, ਤੁਸੀਂ ਸਾਡੇ ਨਾਲ ਚੱਲਣਾ ਬਸ। ਹਮ ਸਭ ਚੜ੍ਹੇ ਤਮਾਸ਼ਾ ਲਹੈ। ਹਾਂਜੀ, ਮਾਰੇ ਘੇਰ ਨਹੀਂ ਬਚ ਰਹੇ। ਗਰੀਬ ਨਵਾਜ ਘੇਰ ਕੇ ਮਾਰਾਂਗੇ ਉਹਨੂੰ, ਉਹ ਬਚ ਨਹੀਂ ਸਕੇਗਾ ਸਵੇਰੇ। ਤੇ ਹੋਣਾ ਪਤਾ ਕੀ ਹੈ, ਜਦੋਂ ਉਹ ਸ਼ੇਰ ਨੇ ਦਹਾੜਨਾ ਹੈ ਨਾ
ਤੇ ਜਿਹੜੇ ਘੋੜਿਆਂ ਦੇ ਉੱਤੇ ਇਹ ਬੈਠੇ ਹੋਣੇ ਆ ਰਾਜੇ, ਉਹਨਾਂ ਘੋੜਿਆਂ ਦੀ ਲਿੱਦ ਨਿਕਲ ਜਾਣੀ ਹੈ ਜੀ। ਉਹ ਵੀ ਡਰਦੇ ਹੁੰਦੇ ਆ ਜੀ। ਇਹਨਾਂ ਘੋੜੇ ਅੱਗੇ ਕਰਨੇ ਆ, ਉਹਨਾਂ ਪਿੱਛੇ ਆਉਣਾ ਹੈ ਜੀ। ਪਰ ਡਿੰਗਾ ਮਾਰਨ ਦੇ ਦੋਵੇਂ ਰਾਜੇ ਕਹਿੰਦੇ ਮਹਾਰਾਜ ਸਵੇਰੇ ਮਾਰ ਦਿਆਂਗੇ ਸ਼ੇਰ, ਘੇਰ ਕੇ ਮਾਰ ਦਿਆਂਗੇ। ਹਾਂਜੀ। ਇਮ ਕਹਿ ਗਮਨੇ ਸਨਮੁਖ ਡੇਰੇ, ਹਾਂਜੀ। ਕਰੈ ਸਰਾਹਨ ਸ਼ੇਰ ਵਡੇਰੇ। ਇਸ ਤਰ੍ਹਾਂ ਗੱਲਬਾਤ ਕਰਦਿਆਂ ਆਪਣੀਆਂ ਥਾਵਾਂ ਤੇ ਚਲੇ ਗਏ ਤੇ ਸ਼ੇਰ ਦੀਆਂ ਤਾਰੀਫਾਂ ਕਰਦੇ ਜਾਂਦੇ ਵੀ ਸ਼ੇਰ ਬੜੇ ਚਿਰ ਦਾ ਤੰਗ ਕਰ ਰਿਹਾ ਸੀ। ਸ਼ੇਰ ਤੇ ਸ਼ੇਰ ਹੀ ਹੁੰਦਾ ਜੀ। ਆ ਪਿੱਛੇ ਜੇ ਜਲੰਧਰ 'ਚ ਚੀਤਾ ਆ ਗਿਆ ਜੀ ਕਿਸੇ ਦੇ ਮਹੱਲੇ ਜੀ, ਤੇ ਕਿਵੇਂ ਲੋਕ ਕੋਠਿਆਂ ਤੇ ਚੜੇ ਫਿਰਦੇ ਸੀਗੇ ਜੀ। ਹਾਂਜੀ। ਉਹ ਕਹਿਣ ਵੀ ਕੋਈ ਨਹੀਂ, ਆਪਾਂ ਸਵੇਰੇ ਵੇਖਾਂਗੇ। ਪ੍ਰਥਮ ਹਤੇ ਤਿਨ ਗਾਥ ਸੁਣਾਵੈ, ਹਾਂਜੀ। ਭੀਰ ਅਨੇਕ ਸਹਿਤ ਚਲ ਆਵੈ। ਉਹ ਗੱਲਾਂ ਕਰਦੇ ਵੀ ਸੁਣਿਆ ਵੀ ਇਸ ਸਤਿਗੁਰੂ ਨੇ ਪਹਿਲਾਂ ਵੀ ਸ਼ੇਰ ਮਾਰੇ ਹੈ। ਹਾਂਜੀ। ਤਿਮਰ ਪ੍ਰਬਿਰਤੇ ਉਤਰੇ ਆਏ, ਹਾਂਜੀ। ਨਿਜ ਨਿਜ ਸਿਵਰ ਵਿਖੈ ਸੁਖ ਪਾਏ। ਸ਼ਾਮਾਂ ਪੈ ਗਈਆਂ, ਦੋਵੇਂ ਰਾਜੇ ਆਪਣੇ ਆਪਣੇ ਤੰਬੂਆਂ ਵਿੱਚ ਜਾ ਕੇ ਟਿਕ ਗਏ ਜੀ। ਹਾਂਜੀ। ਬਿਦਤ ਬ੍ਰਿਤੰਤ ਕਿਹਰੀ ਕਿਹਰਾ, ਹਾਂਜੀ। ਹੋਏ ਜੰਗ ਤੇ ਸੰਗ ਸਵੇਰਾ। ਹੁਣ ਸ਼ੇਰ ਦਾ ਬਰਤਾਂਤ ਪ੍ਰਗਟ ਹੋ ਗਿਆ ਸਾਰੀਆਂ ਫੌਜਾਂ 'ਚ, ਮੇਦਨੀ ਪ੍ਰਕਾਸ਼ ਦੀਆਂ ਵੀ ਤੇ ਫਤਿਹ ਸ਼ਾਹ ਦੀਆਂ ਵੀ, ਤੇ ਸਤਿਗੁਰਾਂ ਦੀਆਂ ਫੌਜਾਂ ਵਿੱਚ ਵੀ ਕੱਲ ਨੂੰ ਸ਼ੇਰ ਦਾ ਸ਼ਿਕਾਰ ਹੋਣਾ। ਉਸ ਸ਼ੇਰ ਦਾ ਸ਼ਿਕਾਰ ਹੋਣਾ ਜਿਹੜਾ ਗਾਵਾਂ ਮੱਝਾਂ ਨੂੰ ਚੁੱਕ ਕੇ ਲੈ ਜਾਂਦਾ ਸੀਗਾ ਜੀ। ਬਸ ਇੰਝ ਧੁੰਦਾ ਹੀ ਲੈ ਜਾਂਦਾ ਸੀਗਾ ਜੀ। ਹਾਂਜੀ। ਖਾਨ ਪਾਨ ਕਰ ਕੈ ਸਮੁਦਾਏ, ਹਾਂਜੀ। ਸੁਪਤ ਜਥਾ ਸੁਖ ਰਾਤ ਬਿਤਾਏ। ਖਾਂਦਿਆਂ ਪੀਂਦਿਆਂ ਸਭ ਫੌਜਾਂ ਰਾਤ ਸੌਂ ਗਈਆਂ ਜੀ। ਫਿਰ ਜੀ ਸੋਚ ਇਸ਼ਨਾਨ ਸਕਲ ਕਰ ਲੀਨ, ਅੰਮ੍ਰਿਤ ਵੇਲਾ ਹੋ ਗਿਆ। ਗਰੀਬ ਨਵਾਜ ਸਤਿਗੁਰੂ ਜੀ ਉੱਠੇ ਨੇ, ਸੌਚ ਇਸ਼ਨਾਨ ਕੀਤਾ। ਹਾਂਜੀ। ਤਬ ਰਣਜੀਤ ਬਜਾਵਨ ਕੀਨ, ਤੇ ਵਾਹ ਵਾਹ, ਰਣਜੀਤ ਨਗਾਰਾ ਵੱਜਿਆ ਹੈ। ਆਖੋ ਵਾਹਿਗੁਰੂ। ਜਪ ਤਪ ਸੇਵਾ ਸਿਮਰਨ ਹੋ ਗਿਆ ਜੀ। ਫਿਰ ਰਣਜੀਤ ਨਗਾਰਾ ਵੱਜਿਆ। ਅਸਲ ਵਿੱਚ ਉਸ ਸ਼ੇਰ ਦਾ ਹੀ ਭਲਾ ਹੋਣਾ ਜੀ ਅੱਜ ਜੀ। ਮਹਾਰਾਜ ਸਤਿਗੁਰਾਂ ਨੇ ਕਿੱਡੇ ਵੱਡੇ ਭਾਗ ਜੀ ਉਹਦੇ। ਹਾਂਜੀ। ਕਿੰਨੇ ਵੱਡੇ ਭਾਗ ਸਤਿਗੁਰਾਂ ਨੇ ਆਪਣੇ ਹੱਥਾਂ ਨਾਲ ਉਹਦਾ ਭਲਾ ਕਰਨਾ ਜੀ। ਹਾਂਜੀ। ਸੁਣ ਸਭ ਜੀਨ ਤੁਰੰਗਨ ਪਾਏ, ਜਦੋਂ ਰਣਜੀਤ ਨਗਾਰਾ ਵੱਜਿਆ, ਆਵਾਜ਼ ਆਈ, ਪਤਾ ਲੱਗ ਗਿਆ ਵੀ ਮਹਾਰਾਜ ਦਾ ਹੁਕਮ ਹੋ ਗਿਆ। ਸਾਰਿਆਂ ਨੇ ਘੋੜਿਆਂ ਤੇ ਕਾਠੀਆਂ ਪਾਈਆਂ। ਜੁਗ ਭੂਪਨ ਤਿਆਰੀ ਕਰਵਾਏ, ਦੋਵਾਂ ਰਾਜਿਆਂ ਨੇ ਵੀ ਤਿਆਰੀਆਂ ਕਰਾਈਆਂ। ਉਹਨਾਂ ਨੇ ਵੀ ਆਪਣੀ ਫੌਜ ਲੈ ਲਈ। ਸੋ ਭਟਨ ਸਹਿਤ ਅਰੂੜਤ ਭਏ, ਤੇ ਗਰੀਬ ਨਵਾਜ ਆਪਣੇ ਯੋਧਿਆਂ ਦੇ ਨਾਲ ਸਾਧ ਸੰਗਤ ਜੀ ਉਸ ਆਪਣੇ ਘੋੜੇ ਉੱਤੇ ਸੱਜ ਗਏ। ਗੁਰੂ ਸਾਹਿਬ ਦੇ ਨਾਲ ਮਹਾਰਾਜ ਦੇ 5 ਭਰਾ ਨੇ ਜੀ। ਸਤਿਗੁਰਾਂ ਦੇ ਨਾਲ ਸਤਿਗੁਰਾਂ ਦੇ ਮਾਮਾ ਜੀ ਹਨ ਜੀ, ਨੰਦ ਚੰਦ ਜੀ ਹਨ, ਫੌਜਾਂ ਹਨ। ਆ ਯੁੱਧ ਖੜਗ ਧਾਰ ਕਰ ਲਏ, ਸਾਰਿਆਂ ਨੇ ਢਾਲਾਂ ਵੀ ਫੜ ਲਈਆਂ, ਖੜਗਾਂ ਵੀ ਫੜ ਲਈਆਂ। ਇੱਕ ਹੁੰਦੀ ਛੋਟੀ ਤਲਵਾਰ ਜੀ, ਜਿਹੜੀ ਚੌੜੀ ਨਹੀਂ ਹੁੰਦੀ, ਤੇ ਖੜਗ ਹੁੰਦੀ ਹੈ ਜਿਹਦਾ ਸਾਧ ਸੰਗਤ ਜੀ ਉਹਨੂੰ ਕਰਾ ਚੌਲ ਵੀ ਕਹਿੰਦੇ ਆ। ਇਹ ਖੜਗ ਦੇ ਦਰਸ਼ਨ ਤੁਸੀਂ ਹਜ਼ੂਰ ਸਾਹਿਬ ਕਰਦੇ ਆ। ਖੜਗ ਹੈ ਉਹ। ਖੜਗ ਦਾ ਫਲ ਚੌੜਾ ਹੁੰਦਾ ਜੀ। ਹਾਂਜੀ। ਸਤਿਗੁਰ ਕਲਗੀ ਸੀਸੋ ਤੰਗ, ਗਰੀਬ ਨਵਾਜ ਮਹਾਰਾਜ ਨੇ ਵੀ ਸੋਹਣੀ ਕਲਗੀ ਦਸਤਾਰੇ ਉੱਤੇ ਸਜਾ ਲਈ ਜੀ। ਦਿਪਤ ਸਰੂਪ ਬਿਭੂਖਨ ਸੰਗ, ਬੜਾ ਸੋਹਣਾ ਸਤਿਗੁਰੂ ਜੀ ਦਾ ਰੂਪ ਹੈ। ਘੋੜੇ ਉੱਤੇ ਸੱਜ ਗਏ ਹੈ, ਜੰਗਲ ਨੂੰ ਜਾ ਰਹੇ ਨੇ। ਗਰ ਸ਼ਮਸ਼ੇਰ ਸਿਪਰ ਕਹੁ ਧਾਰੀ, ਗਲ ਵਿੱਚ ਵੱਡੇ ਸ੍ਰੀ ਸਾਹਿਬ ਵੀ ਹੈ ਤੇ ਮੋਢੇ ਉੱਤੇ ਢਾਲ ਵੀ ਲਾਈ ਸਤਿਗੁਰਾਂ ਨੇ। ਕਸ ਨਿਖੰਗ ਗਹਿ ਕਰ ਥਨ ਪਾਰੀ, ਤੇ ਸਾਧ ਸੰਗਤ ਜੀ ਭੱਥਾ ਵੀ ਕੱਸ ਕੇ ਲਾਇਆ ਸੱਚੇ ਪਾਤਸ਼ਾਹ ਨੇ, ਵਿੱਚ ਤੀਰ ਵੀ ਸਜਾਏ ਆ। ਤੁੰਗ ਮਤੰਗ ਅਰੂੜਤ ਭਏ, ਬੜੇ ਉੱਚੇ ਹਾਥੀ ਉੱਤੇ ਗਰੀਬ ਨਵਾਜ ਜੀ ਵਾਹਿਗੁਰੂ ਚੜੇ ਆ। ਆਖੋ ਵਾਹਿਗੁਰੂ। ਵਾਹਿਗੁਰੂ। ਹਾਥੀ ਉੱਤੇ ਸਤਿਗੁਰੂ ਜੀ ਚੜੇ ਸੀਗੇ ਜੀ। ਹਾਂਜੀ। ਵਹਿਰ ਸਿਵਰ ਤੇ ਨਿਕਸਤ ਭਏ, ਸਹਿਜੇ ਸਹਿਜੇ ਉਹ ਜਿੱਥੇ ਜਿੱਥੇ ਤੰਬੂ ਲੱਗੇ ਸੀ ਉਸ ਇਲਾਕੇ ਤੋਂ ਅੱਗੇ ਹੋ ਗਏ ਜੀ। ਹਾਂਜੀ। ਥਿਤ ਹੋਏ ਦੋਨੋਂ ਭੂਪ ਮਿਲਾਏ, ਤੇ ਨਾਲ ਹੀ
ਉਹ ਦੋਵੇਂ ਰਾਜੇ ਵੀ ਸਤਿਗੁਰਾਂ ਨੇ ਮਿਲਾਏ ਜੀ। ਆਸੇ ਪਾਸੇ ਰੌਲਾ ਪੈ ਗਿਆ, ਖੁਸ਼ ਵੀ ਨੇ ਯੋਧੇ ਵੀ ਅੱਜ ਸ਼ੇਰ ਦਾ ਸ਼ਿਕਾਰ ਕਰਨਾ ਹੈ। ਯੋਧੇ ਖੁਸ਼ ਵੀ ਬੜੇ ਨੇ ਜੀ। ਹਾਂਜੀ, ਸੋ ਕੋਹੀਆ ਕੀਨਸ ਅਗਵਾਏ। ਉਹ ਪਹਾੜੀਆ ਜਿਨੇ ਸ਼ੇਰ ਵੇਖਿਆ ਸੀ, ਮਹਾਰਾਜ ਉਹਨੂੰ ਕਹਿਣ ਲੱਗੇ ਹੁਣ ਤੂੰ ਅੱਗੇ ਲੱਗ ਭਾਈ। ਗਹਿਬਰ ਬਨ ਕੇ ਪੰਥ ਪਧਾਰੇ। ਸੰਘਣੇ ਜੰਗਲ ਦੇ ਰਸਤੇ ਉੱਤੇ ਸਤਿਗੁਰੂ ਜੀ ਪੈ ਗਏ ਹਨ। ਨ੍ਰਿਪ ਜੁਗ ਸੰਗ ਸੁਪਟ ਗਨ ਭਾਰੇ। ਦੋਵੇਂ ਰਾਜੇ ਤੇ ਸੂਰਬੀਰ ਸੈਨਾ ਸਤਿਗੁਰਾਂ ਦੇ ਨਾਲ ਨਾਲ ਮਗਰ ਮਗਰ ਆ ਰਹੇ ਹਨ। ਦਲ ਕੋ ਪ੍ਰਹਾ ਦੂਰ ਲਗ ਕਰਿਓ। ਹਾਂਜੀ, ਖੋਜਤ ਪਏ ਹੋਏ ਕਿਤ ਥਰਿਓ। ਆਖੋ ਵਾਹਿਗੁਰੂ। ਦਲ ਕੋ ਪਰਾਂ ਦੂਰ ਲੱਗ ਕਰਿਓ। ਮਹਾਰਾਜ ਨੇ ਫੌਜਾਂ ਨੂੰ ਕਹਿ ਦਿੱਤਾ ਵੀ ਭਾਈ ਦੂਰ ਦੂਰ ਹੋ ਜਾਣ ਸਾਰੇ। ਖੋਜਤ ਭਏ ਹੋਏ ਕਿਤ ਥਿਰਿਓ। ਸਾਰੇ ਲੱਭਣ ਲੱਗ ਪਏ ਵੀ ਸ਼ੇਰ ਕਿੱਥੇ ਲੁਕਿਆ ਹੋਇਆ ਹੈ ਜੰਗਲ ਵਿੱਚ ਦੀ। ਰਾਜੇ ਸ਼ਰਾਰਤੀ ਸੀਗੇ ਦੋਵੇਂ ਰਾਜੇ ਆਪ ਪਰਾਂ ਹੋਣਾ ਚਾਹੁੰਦੇ ਸੀ ਤੇ ਸਤਿਗੁਰਾਂ ਨੂੰ ਅੱਗੇ ਕਰਨਾ ਚਾਹੁੰਦੇ ਸੀਗੇ ਜੀ। ਹਾਂਜੀ, ਜਬ ਵਿਸ਼ਾਲ ਬਨ ਗਾਹਨ ਕੀਨਾ। ਜਦੋਂ ਵੱਡਾ ਜੰਗਲ ਸਾਰਾ ਦੇਖਿਆ, ਸੁਗਮ ਬਿਖਮ ਥਲ ਖੋਜ ਸੋਲੀਨਾ। ਔਖੀਆਂ ਥਾਵਾਂ ਵੀ ਵੇਖ ਲੀਆਂ ਤੇ ਸੌਖੀਆਂ ਵੀ ਵੇਖ ਲੀਆਂ। ਕੇਤਿਕ ਪਹਾੜੇ ਸ਼ੂਕਰ ਮਾਰੇ। ਮਤਲਬ ਕਿ ਕਈ ਸੂਰ, ਪਹਾੜੀ ਸੂਰ ਤਾਂ ਮਾਰੇ। ਹਾਂਜੀ, ਹੋਤ ਕੁਲਾਹਲ ਵਿਪਨ ਮਝਾਰੇ। ਪਰ ਅਜੇ ਸ਼ੇਰ ਨਹੀਂ ਵਿਖਿਆ ਜੀ। ਤੇ ਹੋਤ ਕੁਲਾਹਨ ਵਿਪਨ ਮਝਾਰੇ, ਜੰਗਲ ਵਿੱਚ ਤੇ ਰੌਲਾ ਪੈਣਾ ਸ਼ੁਰੂ ਹੋ ਗਿਆ ਜੀ। 3 ਫੌਜਾਂ ਅੰਦਰ ਚਲੇ ਜਾਣ ਜੰਗਲ ਦੇ, ਮਤਲਬ ਕਿ 3 ਦਾਲਾਂ ਪੂਰੀਆਂ ਮਿਲਟਰੀਆਂ ਨੇ, ਉਹ ਚਲੇ ਜਾਣ ਤੇ ਰੌਲਾ ਤਾਂ ਪੈਣਾ ਹੀ ਸੀ ਜੰਗਲ ਵਿੱਚ। ਕੰਟਕ ਸਹਿਤ ਮਹੀਰੋਹ ਖਰੇ। ਬੜੇ ਬੜੇ ਕੰਡਿਆਂ ਵਾਲੇ ਰੁੱਖ ਖਲੋਤੇ ਸੀਗੇ ਜੀ। ਸ਼ਾਖਾ ਉਰਜੀ ਸੰਘਣੇ ਖਰੇ। ਐ ਸਾਧ ਸੰਗਤ ਜੀ, ਬੜੇ ਬੜੇ ਤਿੱਖੇ ਤਿੱਖੇ ਕੰਡਿਆਂ ਵਾਲੇ ਰੁੱਖ ਜਿਨ੍ਹਾਂ ਦੀਆਂ ਟਾਹਣੀਆਂ ਫਸੀਆਂ ਇੱਕ ਦੂਜਿਆਂ ਵਿੱਚ। ਉੱਚੀ ਸਰਲੀ ਸਾਲ ਵਿਸ਼ਾਲਾ। ਹਾਂਜੀ, ਬਦਰੀ ਖਦਰ ਕਰੋਜੇ ਜਾਲਾ। ਕਰੌਂਜੇ ਜਾਲਾ, ਇਹ ਸਾਰੇ ਰੁੱਖਾਂ ਦੇ ਨਾਮ ਨੇ। ਬੜੇ ਰੁੱਖ ਸੀਗੇ ਜੀ। ਹਾਂਜੀ, ਨੀਠ ਨੀਠ ਜੈ ਗਮਨਿਓ ਜਾਏ। ਇਮ ਖੋਜਿਓ ਵਿਚਰਤ ਸਭ ਥਾਏ। ਸਹਿਜੇ ਸਹਿਜੇ ਫਿਰ ਹੌਲੀ ਹੌਲੀ ਅੰਦਰ ਗਏ ਜੀ। ਕੁਝ ਰੁੱਖ ਅੱਗੇ ਇਹੋ ਜਿਹੇ ਸੀਗੇ, ਕੰਡਿਆਂ ਵਾਲੇ ਰੁੱਖ ਸੀਗੇ ਤੇ ਸਾਧ ਸੰਗਤ ਟਾਹਣੀਆਂ ਇੱਕ ਦੂਜੇ ਵਿੱਚ ਫਸੀਆਂ ਸੀਗੀਆਂ ਜੀ। ਉੱਥੇ ਅੰਦਰ ਹਾਥੀ ਘੋੜੇ ਨਹੀਂ ਸੀ ਜਾ ਸਕਦੇ। ਸਿਪਾਹੀ ਮਸਾਂ ਮਸਾਂ ਅੰਦਰ ਗਏ ਜੀ। ਉਹਨਾਂ ਥਾਵਾਂ ਨੂੰ ਪਰਾਂ ਕਰਕੇ ਰਾਜਿਆਂ ਨੂੰ ਵੀ ਅੰਦਰ ਲੈ ਕੇ ਗਏ। ਸਤਿਗੁਰੂ ਜੀ ਵੀ ਅੰਦਰ ਜਾਂਦੇ ਆ। ਕਹਿਓ ਕੋਹੀਏ ਕੇ ਹਰ ਕੇਰਾ। ਹਾਂਜੀ, ਦੇਖੋ ਪਗ ਕੋ ਖੋਜ ਬਡੇਰਾ। ਆਖੋ ਵਾਹਿਗੁਰੂ। ਉਹ ਫਿਰ ਸਹਿਜੇ ਸਹਿਜੇ ਨਾ ਜ਼ਮੀਨ ਉੱਤੇ ਉਸ ਸ਼ੇਰ ਦੇ ਪੰਜੇ ਛਪੇ ਹੋਏ ਸੀਗੇ ਜੀ। ਉਹ ਪਹਾੜੀ ਕਹਿਣ ਲੱਗਾ, ਕਹਿੰਦਾ ਵੇਖੋ ਸ਼ੇਰ ਦੇ ਪੰਜੇ ਛਪੇ ਚ, ਕਹਿੰਦਾ। ਹਾਂਜੀ, ਅਬ ਹੀ ਗਇਓ ਰਹੋ ਸਵਧਾਨਾ। ਹਾਂਜੀ, ਨਿਕਸੈ ਕਰੇ ਚੋਟ ਬਲਵਾਨਾ। ਇਹ ਪੰਜੇ ਪੁਰਾਣੇ ਨਹੀਂ ਹੈਗੇ, ਪੰਜਿਆਂ ਦੇ ਨਿਸ਼ਾਨ ਨਵੇਂ ਨੇ। ਇਹ ਨਾ ਹੋਵੇ ਵੀ ਇਧਰੋਂ ਕਿਧਰੋਂ ਨਿਕਲ ਆਵੇ ਤੇ ਚੋਟ ਕਰੇ ਸਾਡੇ ਉੱਤੇ। ਹਾਂਜੀ, ਦੋਨੋਂ ਨ੍ਰਿਪਬੋ ਸੰਗ ਸੋਬੀਰਾ। ਗਮਨਤ ਜਾਤ ਅਗਰ ਗੁਰ ਧੀਰਾ। ਦੋਵੇਂ ਰਾਜੇ ਇਕੱਠੇ ਸੀਗੇ ਤੇ ਸਤਿਗੁਰੂ ਜੀ ਉਹਨਾਂ ਦੇ ਅੱਗੇ ਸੀਗੇ ਜੀ। ਹਾਂਜੀ, ਸੰਘਣੇ ਬ੍ਰਿਖ ਉਲੰਘਤ ਭਏ। ਸਹਿਜੇ ਸਹਿਜੇ ਉਹਨਾਂ ਰੁੱਖਾਂ ਨੂੰ ਪਰਾਂ ਕੀਤਾ, ਸੰਘਣੇ ਰੁੱਖਾਂ ਦੇ ਵਿੱਚ ਪ੍ਰਵੇਸ਼ ਕੀਤਾ। ਇਹਨੂੰ ਕਹਿੰਦੇ ਝਿੜੀ। ਹਾਂਜੀ, ਪੁਨ ਆਛੇ ਥਲ ਮੈਂ ਚੱਲ ਗਏ। ਹਾਂਜੀ, ਤਿਸਕੇ ਨਿਕਟ ਬਿਖਮ ਇਕ ਥਾਏ। ਹਾਂਜੀ, ਕੰਟਕ ਸਹਿਤ ਬ੍ਰਿਖ ਕੀ ਛਾਏ। ਸਾਧ ਸੰਗਤ ਜੀ ਅੱਗੇ ਜਾ ਕੇ ਉਹ ਝਿੜੀ ਪਾਰ ਕੀਤੀ, ਫਿਰ ਪੱਧਰਾ ਥਾਂ ਆ ਗਿਆ ਜੀ। ਫਿਰ ਇੱਕਦਮ ਵਧੀਆ ਥਾਂ ਆ ਗਿਆ। ਅੱਗੇ ਜਾ ਕੇ ਫਿਰ ਇੱਕ ਹੋਰ ਔਖੀ ਥਾਂ ਆਈ। ਕੰਟਕ ਸਹਿਤ ਬ੍ਰਿਖ ਕੀ ਛਾਏ, ਜਿੱਥੇ ਫਿਰ ਕੰਡਿਆਂ ਵਾਲੇ ਰੁੱਖ ਆ ਗਏ ਜੀ। ਹਾਂਜੀ, ਸੁਪਤ ਭਰਿਓ ਨਿਜ ਪਾਏ ਪਸਾਰੇ। ਬਸ ਉਸ ਝਿੜੀ ਦੇ ਵਿੱਚ ਨਾ ਜੀ ਸਿਪਾਹੀਆਂ ਨੇ ਦੂਰੋਂ ਵੇਖਿਆ ਸ਼ੇਰ ਜਿਹੜਾ ਸੀ ਉਹ ਸੁੱਤਾ ਪਿਆ ਸੀਗਾ ਜੀ। ਰੱਜ ਕੇ ਸੁੱਤਾ ਹੋਣਾ ਜੀ। ਐ ਰੱਜ ਕੇ ਸੁੱਤਾ ਪਿਆ ਸ਼ੇਰ, ਚਿੱਟੇ ਰੰਗ ਦਾ ਬੜਾ ਵੱਡਾ ਸ਼ੇਰ ਹੈ। ਸ਼ੇਰ ਤੇ ਸ਼ੇਰ ਹੀ ਹੁੰਦਾ ਜੀ, ਜਦੋਂ ਸਾਹਮਣੇ ਆਵੇ ਉਦੋਂ ਹੀ ਪਤਾ ਲੱਗਦਾ ਜੀ। ਹਾਂਜੀ,
ਤ੍ਰਿਪਤਿਓ ਆਮਿਖ ਕੀਨ ਆਹਾਰੇ। ਹਾਂ, ਭਾਈ ਸਾਹਿਬ ਕਹਿੰਦੇ ਮਾਸ ਖਾ ਕੇ ਰੱਜ ਕੇ ਲੰਮੇ ਪਿਆ ਸੀਗਾ ਕਿ ਗੂੜੀ ਨੀਂਦ ਸੁੱਤਾ ਸੀ। ਜਬੈ ਹੀ ਰੇਖਾ ਹੈ ਕੀ ਹੋਈ, ਹਾਂਜੀ। ਸੁਣਿਓ ਸ਼ਬਦ ਔਚਕ ਤਿਨ ਸੋਈ। ਉੱਥੇ ਫਿਰ ਘੋੜੇ ਹਿਣਕਣ ਲੱਗੇ। ਘੋੜੇ ਨਾਲ ਸੀ, ਪੌੜਾਂ ਦੀਆਂ ਆਵਾਜ਼ਾਂ, ਘੋੜਿਆਂ ਦੇ ਹਿਣਕਣ ਦੀਆਂ ਆਵਾਜ਼ਾਂ ਜਦੋਂ ਹੋਈਆਂ ਤੇ ਸਾਧ ਸੰਗਤ ਜੀ ਸ਼ੇਰ ਜੀ ਹੋਣੀ ਉੱਠ ਖਲੋਤੇ ਜੀ। ਹਾਂਜੀ। ਤਿਆਗ ਨੀਂਦ ਬਲ ਤੇ ਗੁਰਨਾਇਓ। ਉਹ ਫਿਰ ਨੀਂਦ ਛੱਡੀ ਜੀ ਉਹਨੇ ਤੇ ਸ਼ੇਰ ਨੂੰ ਸੁੱਤਾ ਉੱਠੇ ਨਾ, ਉਹਨੂੰ ਲੱਗੇ ਖਤਰਾ ਤੇ ਫਿਰ ਉਹ ਗਰਜਦਾ ਸਾਧ ਸੰਗਤ ਜੀ। ਕਿਉਂ ਗਰਜਦਾ? ਵੀ ਜੇ ਕੋਈ ਹੈਗਾ ਤੇ ਮੇਰੀ ਗਰਜ ਸੁਣ ਕੇ ਹੀ ਭੱਜ ਜਾਵੇ। ਤੇ ਸ਼ੇਰ ਕਿਵੇਂ ਗਰਜਦਾ ਭਲਾ? ਆਖੋ ਵਾਹਿਗੁਰੂ। ਕਿਤੇ ਸ਼ੇਰ ਦੀ ਗਰਜ ਸੁਣੀ ਹੋਵੇ ਨਾ, ਮਹਾਰਾਜ ਕਹਿੰਦੇ ਨਾ, ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਜਦੋਂ ਸ਼ੇਰ ਗੱਜਦਾ ਬਸ ਹਿਰਨਾਂ ਦੀਆਂ ਡਾਰਾਂ ਗਰਜ ਸੁਣ ਕੇ ਹੀ ਭੱਜ ਜਾਂਦੀਆਂ ਜੀ। ਸ਼ੇਰ ਦੀ ਆਵਾਜ਼ ਇੰਨੀ ਭਿਆਨਕ ਹੈ ਸਾਧ ਸੰਗਤ ਜੀ, ਬੜੀ ਭਿਆਨਕ ਹੁੰਦੀ ਆਵਾਜ਼। ਮਹਾਰਾਜ ਵੀ ਆਪਣੇ ਹਾਥੀ ਉੱਤੇ ਚੜ੍ਹੇ ਆ, ਰਾਜੇ ਘੋੜਿਆਂ ਉੱਤੇ ਆ, ਤੇ ਸ਼ੇਰ ਉੱਠਿਆ, ਤਿਆਗ ਨੀਂਦ ਬਲ ਤੇ ਗੁਰਨਾਇਓ, ਤੇ ਹੌਲੀ ਜੀ ਨਹੀਂ ਗਰਜਿਆ, ਬਹੁਤ ਉੱਚੀ ਆਵਾਜ਼ ਵਿੱਚ ਸ਼ੇਰ ਗਰਜਿਆ। ਖਰੋ ਹੋਏ ਬੈਠਿਓ ਦ੍ਰਿਗ ਲਾਇਓ। ਤੇ ਸਾਧ ਸੰਗਤ ਜੀ ਉਹ ਫੇ ਖਰੋ ਹੋਏ ਬੈਠਿਓ ਦ੍ਰਿਗ ਲਾਇਓ। ਆਖੋ ਵਾਹਿਗੁਰੂ। ਖੜੇ ਹੋਏ ਲੋਕਾਂ ਨੇ ਵੇਖਿਆ ਵੀ ਅਜੇ ਸ਼ੇਰ ਬੈਠਾ ਹੈ, ਦੂਰੋਂ ਦੂਰ ਜਿਹੜੇ ਸਿਪਾਹੀ ਸੀ। ਹਾਂਜੀ। ਬੋਲਿਓ ਸੁਣਿਓ ਜਾਨ ਤਿਨ ਲੀਨੋ, ਹਾਂਜੀ। ਠਾਂਡੇ ਪਏ ਬਿਲੋਕਨ ਕੀਨੋ। ਸਾਧ ਸੰਗਤ ਜੀ ਫਿਰ ਕੀ ਵਹਿੰਦੇ ਆ, ਸਾਰਿਆਂ ਨੇ ਗਰਜ ਸੁਣੀ, ਵੇਖਿਆ ਵੀ ਸ਼ੇਰ ਤੇ ਹੌਲੀ ਹੌਲੀ ਖਲੋ ਗਿਆ। ਹਾਂਜੀ। ਦਾਰਨ ਪੰਚਾਨਨ ਕੋ ਆਨਨ। ਸ਼ੇਰ ਦਾ ਮੂੰਹ ਭਾਈ ਸਾਹਿਬ ਲਿਖਦੇ ਬੜਾ ਭਿਆਨਕ ਸੀਗਾ ਜੀ, ਡਰਾਉਣਾ ਸੀਗਾ ਜੀ। ਹਾਂਜੀ। ਜਿਸ ਸਮਾਨ ਕੋ ਨਾਹਿਨ ਆਨਨ। ਆਖੋ ਵਾਹਿਗੁਰੂ। ਮੂੰਹ ਹੀ ਸ਼ੇਰ ਦਾ ਇਹੋ ਜਿਹਾ ਹੁੰਦਾ ਜੀ, ਜਦੋਂ ਕਿਸੇ ਦੇ ਚਿਹਰੇ ਤੇ ਰੋਬ ਹੋਵੇ ਨਾ ਤੇ ਖੁੱਲਾ ਦਾੜਾ ਹੋਵੇ, ਕਹਿੰਦੇ ਸ਼ੇਰ ਵਰਗਾ ਮੁੱਖ ਹੈ। ਹਾਂਜੀ। ਕਾਨਨ ਸ਼ਬਦ ਸੁਣਿਓ ਤਿਹ ਤਬੈ। ਤੇ ਜੰਗਲ ਵਿੱਚ ਸਾਧ ਸੰਗਤ ਜੀ ਉਹ ਆਵਾਜ਼ ਗੂੰਜ ਗਈ ਗਰਜਗਾਹਟ ਦੀ। ਕਿਨਹੂ ਦ੍ਰਿਗ ਦੇਖਿਓ ਤਬੈ। ਕਿਸੇ ਨੇ ਅੱਗੇ ਹੋ ਕੇ ਮਾੜੀ ਦੀ ਝਲਕ ਵੀ ਵੇਖ ਲਈ ਸ਼ੇਰ ਦੀ ਜੀ। ਨਖ ਪਾਇਨ ਤੇ ਅੰਕੁਸ਼ ਮਨੋ। ਹਾਂਜੀ। ਦਾੜਨ ਤੇ ਦਾਰਨ ਮੁਖ ਘਨੋ। ਵੀ ਉਹਦੇ ਪੈਰਾਂ ਉੱਤੇ ਲੌਂਦਰਾਂ ਜਿਹੜੀਆਂ ਸੀਗੀਆਂ, ਉਹਦੇ ਨਹੁੰ ਜਿਹੜੇ ਸੀ ਉਹ ਬੜੇ ਤਿੱਖੇ ਸੀ, ਤਾਂ ਇੰਜ ਹੇਠਾਂ ਨੂੰ ਮੁੜੇ ਹੋਏ ਸੀਗੇ ਨਹੁੰ ਜੀ। ਹਾਂਜੀ। ਸਟਾ ਕੰਠ ਪਰ ਦੀਰਗ ਦਿਖੇ। ਔਰ ਗਰਦਨ ਉੱਤੇ ਵੀ ਬੜੇ ਵਾਲ ਸੀਗੇ ਜੀ। ਹਾਂਜੀ। ਲਾਲ ਬਿਲੋਚਨ ਸ਼੍ਰੋਣ ਪਸਰੀਖੇ। ਉਹਦੀਆਂ ਅੱਖਾਂ ਲਾਲ ਹੋ ਗਈਆਂ ਜੀ, ਉਹਨੂੰ ਵੀ ਪਤਾ ਲੱਗ ਗਿਆ ਵੀ ਇਹ ਇੰਨੇ ਘੋੜੇ ਆਏ ਆ, ਬੰਦੇ ਚੜੇ ਫਿਰਦੇ ਆ, ਮੈਨੂੰ ਮਾਰਨ ਆਏ ਆ। ਹਾਂਜੀ। ਲਾਂਗਲ ਸਹਿਤ ਲਾਬੇ ਬੇਲਾ। ਕਹਿੰਦੇ ਪੂਛ ਬੜੀ ਲੰਮੀ ਸੀਗੀ ਉਸ ਸ਼ੇਰ ਦੀ। ਦੀਰਗ ਦਸਨ ਸੋ ਦਿਖਨ ਦੁਹੇਲਾ। ਵੱਡੇ ਆਕਾਰ ਵਾਲਾ ਬੜਾ ਭਿਆਨਕ ਸ਼ੇਰ ਸੀਗਾ, ਆਮ ਬੰਦਾ ਵੇਖ ਕੇ ਹੀ ਚਾਲਾ ਮਾਰ ਸਕਦਾ ਸੀਗਾ ਉਹਨੂੰ ਜੀ। ਮਾੜਾ ਬੰਦਾ ਨਹੀਂ ਸ਼ੇਰ ਦੀ ਚਾਲ ਚੱਲ ਸਕਦਾ ਸਾਧ ਸੰਗਤ ਜੀ। ਹਾਂਜੀ। ਛਾਤੀ ਗਰੀਬ ਉਦਰ ਹੈ ਸ਼ਵੇਤਾ। ਛਾਤੀ ਚੌੜੀ ਸੀਗੀ ਜੀ ਉਹਦੀ, ਤੇ ਉਧਰ ਹੈ ਸ਼ਵੇਤਾ। ਕਹਿੰਦੇ ਜਿਹੜਾ ਪੇਟ ਹੈ ਉਹਦਾ ਚਿੱਟਾ ਸੀਗਾ ਸਾਰਾ ਜੀ। ਹਾਂਜੀ। ਕਦ ਵਿਸ਼ਾਲ ਬਲ ਅਧਿਕ ਨਿਕੇਤਾ। ਉੱਚਾ ਵੀ ਸੀਗਾ ਜੀ ਸ਼ੇਰ, ਉੱਚਾ ਸੀ ਕਾਫੀ। ਤੇ ਸ਼ਕਤੀ ਦਾ ਘਰ ਸੀਗਾ, ਬਹੁਤ ਜ਼ਿਆਦਾ ਤਾਕਤ ਹੈ। ਚੌਰੇ ਚਰਨ ਪੀਨ ਅਰ ਦੀਹਾ। ਪੈਰ ਚੌੜੇ ਐ, ਮੋਟੇ ਐ ਤੇ ਭਾਰੇ ਹਨ। ਪੀਤ ਸੁਬਰਨ ਸਿਆਮ ਗਨ ਲੀਹਾ। ਤੇ ਕਿਤੇ ਕਿਤੇ ਉਹਦਾ ਪੀਲਾ ਰੰਗ ਹੈ, ਪੇਟ ਚਿੱਟਾ, ਲੱਤਾਂ ਪੀਲੀਆਂ ਨੇ, ਉਹਦੇ ਉੱਤੇ ਕਾਲੀਆਂ ਧਾਰਾਂ ਹਨ। ਸੁਪਨੇ ਮੈਂ ਪੀ ਜਾਏ ਨਾ ਤਰਾਸਾ। ਫਿਰ ਪੜਿਓ। ਸੁਪਨੇ ਮੈਂ ਪੀ ਜਾਏ ਨਾ ਤਰਾਸਾ। ਭਾਈ ਸੰਤੋਖ ਸਿੰਘ ਕਹਿੰਦੇ ਏਡਾ ਵੱਡਾ ਭਿਆਨਕ ਸ਼ੇਰ ਹੈ, ਸੁਪਨੇ ਵਿੱਚ ਵੀ ਕਿਤੇ ਬੰਦੇ ਦੇ ਆ ਜਾਏ ਤੇ ਬੰਦਾ ਡਰ ਜਾਵੇ ਜੀ। ਹਾਂਜੀ।
ਸਭ ਚਾਹਤ ਹੈ ਪਿਖਨ ਤਮਾਸ਼ਾ। ਹੁਣ ਰਾਜਿਆਂ ਨੂੰ ਪਤਾ ਲੱਗ ਗਿਆ ਵੀ ਸ਼ੇਰ ਖਲੋ ਗਿਆ, ਫੌਜਾਂ ਨੂੰ ਵੀ ਪਤਾ ਲੱਗ ਗਿਆ। ਰਾਜੇ ਤਮਾਸ਼ਾ ਵੇਖਣਾ ਚਾਹੁੰਦੇ ਆ ਵੀ ਹੁਣ ਕੀ ਬਣਦਾ ਹੈ। ਸਤਿਗੁਰੂ ਜੀ ਸ਼ੇਰ ਦਾ ਸ਼ਿਕਾਰ ਕਿਵੇਂ ਕਰਦੇ ਆ, ਕੱਲ ਨੂੰ ਸਰਵਣ ਕਰਾਂਗੇ ਆਪਾਂ ਜੀ। ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਇਹ ਮਹਾਰਾਜ ਦੀ ਆਪਣੀ ਮੌਜ ਹੈ ਸਾਧ ਸੰਗਤ ਜੀ। ਰਾਜੇ ਤੇ ਹੁਣੇ ਹੀ ਧੋਖਾ ਕਰਨ ਲੱਗ ਪਏ ਆ, ਮਹਾਰਾਜ ਨੂੰ ਅੱਗੇ ਕੀਤਾ, ਆਪ ਮਗਰੇ ਆ। ਕਹਿੰਦੇ ਜਦੋਂ ਦਹਾੜਿਆ ਸੀ ਨਾ, ਰੁੱਖਾਂ ਤੋਂ ਪੱਤੇ ਝੜ ਗਏ ਸੀਗੇ ਜੀ, ਐਡਾ ਭਿਆਨਕ ਦਹਾੜਿਆ ਸੀ। ਅੱਗੋਂ ਕੱਲ ਨੂੰ ਆਪਾਂ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਮਿਹਰ ਕਰਨ। ਸਾਧ ਸੰਗਤ ਜੀ, 30 ਤਰੀਕ ਨੂੰ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਬੜੀਆਂ ਤਿਆਰੀਆਂ ਹੋ ਰਹੀਆਂ ਨੇ। ਬੜੇ ਵੱਡੇ ਪੱਧਰ ਦੇ ਉੱਤੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਨਗਰ ਕੀਰਤਨ ਨਿਕਲੇ ਜੀ। ਬਹੁਤ ਅੱਜ ਤੇ ਹਰਿਮੰਦਰ ਸਾਹਿਬ ਉੱਤੇ ਹੈਲੀਕਾਪਟਰ ਦੇ ਰਾਹੀਂ ਗੁਲਾਬ ਦੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਜੀ। ਉਹ ਦ੍ਰਿਸ਼ ਸਾਰਿਆਂ ਦੇ ਫੋਨਾਂ ਵਿੱਚ ਆ ਰਿਹਾ ਜੀ। ਇਹ ਮਹਾਰਾਜ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ, ਜੈ ਜੈਕਾਰ ਹੋ ਰਹੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਆਪਣੇ ਮਨਾਂ ਦੀਆਂ ਭਾਵਨਾਵਾਂ ਬਣਾਉਣੀਆਂ। 30 ਤਰੀਕ ਨੂੰ ਸ਼ਾਮਾਂ ਨੂੰ ਆਪਾਂ ਇੱਥੇ ਵੀ ਗੁਰੂ ਜੀ ਦਾ ਗੁਰਪੁਰਬ ਮਨਾਵਾਂਗੇ। ਸਤਿਗੁਰੂ ਜੀ ਮਿਹਰ ਕਰਨ, ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕੀ ਫਤਿਹ।